हाँ जी बेटा, नैक्सट अपने कोल की है कुछ होर एग्जाम्पल ने मकैनिकल एनर्जी दियाँ। हाँ जी, पहली एग्जाम्पल है वाइब्रेशन ऑफ ए ਸਿੰਪਲ ਪੈਂਡੂਲਮ कि एक ਜਿਹੜਾ ਪੈਂਡੂਲਮ ਹੈ ਸਿੰਪਲ ਪੈਂਡੂਲਮ ਉਹ ਕਿਵੇਂ ਵਾਈਬ੍ਰੇਟ ਕਰਦਾ ਹੈ। ਜਦੋਂ ਵਾਈਬ੍ਰੇਟ ਕਰਦਾ ਤਾਂ ਉਹਦੇ ਕੋਲ ਵੀ ਦੋ ਤਰ੍ਹਾਂ ਦੀ એનર્ਜੀ ਹੁੰਦੀ ਹੈ, ਠੀਕ ਹੈ, ਕਨੈਟਿਕ એનર્ਜੀ ਤੇ ਪੋਟੈਂਸ਼ੀਅਲ એનર્ਜੀ, ਤੇ ਹਰ ਪੁਆਇੰਟ ਦੇ ਉੱਪਰ ਕਨੈਟਿਕ ਪਲੱਸ ਪੋਟੈਂਸ਼ੀਅਲ ਦਾ ਜੋੜ ਕੀ ਰਹਿੰਦਾ, ਉਹ ਬਰਾਬਰ ਰਹਿੰਦਾ, ਸੇਮ ਰਹਿੰਦਾ, ਕਾਂਸਟੈਂਟ ਰਹਿੰਦਾ। ਤਾਂ ਆਪਣੇ ਕੋਲ ਇੱਕ ਪੈਂਡੂਲਮ ਦਿਖਾਇਆ ਗਿਆ। ਪੈਂਡੂਲਮ ਕੀ ਹੁੰਦਾ ਹੈ, ਇੱਕ ਧਾਗੇ ਨਾਲ ਇੱਕ ਆਪਾਂ ਰਿਜਿਡ ਇੱਕ ਸਪੋਰਟ ਤੋਂ ਇੱਕ ਧਾਗੇ ਨਾਲ ਇੱਕ ਛੋਟਾ ਜਿਹਾ ਮਾਸ ਹੈ ਜਿਹੜਾ ਲਮਕਾਇਆ ਹੁੰਦਾ ਤੇ ਉਹਨੂੰ ਆਪਾਂ ਇਸ ਤਰ੍ਹਾਂ ਵਾਈਬ੍ਰੇਟ ਕਰਨ ਵਾਸਤੇ ਛੱਡ ਦਿੰਦੇ ਹਾਂ, ਦੈਟ ਇਜ਼ ਕਾਲਡ ਪੈਂਡੂਲਮ, ਠੀਕ ਹੈ। ਤਾਂ ਮੰਨ ਲਓ ਕਿ ਪੈਂਡੂਲਮ ਜਦੋਂ ਇਹਨੂੰ ਬੋਲਦੇ ਹਾਂ ਅਸੀਂ ਮੀਨ ਪੋਜੀਸ਼ਨ, ਇਹਨੂੰ ਬੋਲਦੇ ਹਾਂ ਅਸੀਂ, ਦੋ ਹੁੰਦੀਆਂ ਨੇ ਐਕਸਟ੍ਰੀਮ ਪੋਜੀਸ਼ਨ, ਮੀਨ ਪੋਜੀਸ਼ਨ ਤੇ ਐਕਸਟ੍ਰੀਮ ਪੋਜੀਸ਼ਨ। ਅਸੀਂ ਪੈਂਡੂਲਮ ਨੂੰ ਇੱਥੇ ਲਿਆ ਕੇ ਐਕਸਟ੍ਰੀਮ ਪੋਜੀਸ਼ਨ 'ਤੇ ਛੱਡਤਾ, ਫਿਰ ਨੀਚੇ ਜਾਊਗਾ, ਹੁਣ ਇੱਥੇ ਆ ਕੇ ਰੁਕ ਜੂਗਾ, ਨਹੀਂ ਰੁਕਦਾ, ਕਿਉਂ, ਇਨਰਸ਼ੀਆ ਕਰਕੇ, ਡਿਊ ਟੂ ਇਨਰਸ਼ੀਆ ਆਫ ਮੋਸ਼ਨ ਅੱਗੇ ਜਾਊਗਾ। ਜਿਉਂ ਅੱਗੇ ਜਾਊਗਾ ਤਾਂ ਉਹਦੇ 'ਚ ਕਿਹੜੀ ਐਨਰਜੀ ਪੈਦਾ ਹੋ ਜੂਗੀ, ਕਨੈਟਿਕ ਐਨਰਜੀ ਕਨਵਰਟ ਹੋਣ ਲੱਗ ਜੂਗੀ ਪੋਟੈਂਸ਼ੀਅਲ ਐਨਰਜੀ ਦੇ ਜਾ ਕੇ। ਇੱਕ ਥਾਂ 'ਤੇ ਜਾ ਕੇ ਸਾਰੀ ਕਨੈਟਿਕ ਐਨਰਜੀ ਕਾਹਦੇ ਵਿੱਚ ਕਨਵਰਟ ਹੋ ਗਈ, ਪੋਟੈਂਸ਼ੀਅਲ 'ਚ। ਕਨੈਟਿਕ ਇੱਥੇ ਜਾ ਕੇ ਕੀ ਹੋ ਜੂਗੀ, ਜ਼ੀਰੋ, ਠੀਕ ਹੈ। ਫਿਰ ਪੋਟੈਂਸ਼ੀਅਲ ਐਨਰਜੀ ਨੂੰ ਵਾਪਸ ਕਿੱਥੇ ਲੈ ਕੇ ਆਊਗੀ, ਵਾਪਸ ਲੈ ਕੇ ਆਊਗੀ। ਕੀ ਇੱਥੇ ਆ ਕੇ ਰੁਕੂਗਾ, ਨਹੀਂ ਰੁਕਦਾ, ਫਿਰ ਇਹ ਆਪਣੀ ਮੇਨ ਪੋਜੀਸ਼ਨ ਨੂੰ ਤੋਂ ਓਵਰਸ਼ੂਟ ਕਰਦਾ ਹੋਇਆ ਅੱਗੇ ਲੰਘ ਜੂਗਾ। ਫਿਰ ਕਨੈਟਿਕ ਐਨਰਜੀ ਕਨਵਰਟ ਹੋਣ ਲੱਗ ਜੂਗੀ ਪੋਟੈਂਸ਼ੀਅਲ ਐਨਰਜੀ 'ਚ, ਫਿਰ ਕਨੈਟਿਕ ਐਨਰਜੀ ਜ਼ੀਰੋ ਹੋ ਗਈ, ਹੁਣ ਇਹ ਵਾਪਸ ਆਊਗਾ ਤਾਂ ਪੋਟੈਂਸ਼ੀਅਲ ਐਨਰਜੀ ਕਨਵਰਟ ਹੋਣ ਲੱਗ ਜੂਗੀ ਕਨੈਟਿਕ 'ਚ। ਕੀ ਰੁਕ ਜੂਗਾ, ਨਹੀਂ ਰੁਕਦਾ, ਓਵਰਸ਼ੂਟ ਕਰ ਜੂਗਾ। ਤਾਂ ਇਹ ਪ੍ਰੋਸੈਸ ਲਗਾਤਾਰ ਚੱਲਦਾ ਰਹੂਗਾ। ਤਾਂ ਇਸ ਪੋਜੀਸ਼ਨ ਦੇ ਉੱਪਰ ਇਹ ਹਾਈਟ ਮੰਨ ਲਓ h ਹੈ, ਤਾਂ ਇਸ ਪੋਜੀਸ਼ਨ ਦੇ ਉੱਪਰ ਕਨੈਟਿਕ ਐਨਰਜੀ ਕਿੰਨੀ ਹੈ, ਜ਼ੀਰੋ, ਪੋਟੈਂਸ਼ੀਅਲ ਐਨਰਜੀ ਕਿੰਨੀ ਹੈ, mgh। ਇਸ ਪੋਜੀਸ਼ਨ 'ਤੇ ਹਾਈਟ ਦੇਖੋ ਕੀ ਹੋ ਗਈ, ਬਿਲਕੁਲ ਧਰਤੀ ਦੇ ਨਾਲ ਜਿੰਨੀ ਉਹਦੀ ਮਤਲਬ ਲੋਐਸਟ ਪੁਆਇੰਟ 'ਤੇ ਆ ਗਿਆ, ਜਿਸ ਤੋਂ ਆਪਾਂ ਉਹਦੀ ਮੰਨ ਕੇ ਚੱਲ ਰਹੇ ਹਾਂ ਵੀ ਇਸ ਪੁਆਇੰਟ ਦੇ ਉੱਪਰ ਲੋਐਸਟ ਐਨਰਜੀ ਹੈ ਜ਼ੀਰੋ, ਆਪਾਂ ਇੱਥੇ ਜ਼ੀਰੋ ਮੰਨ ਕੇ ਚੱਲ ਰਹੇ ਹਾਂ ਦੀ ਐਨਰਜੀ। ਤਾਂ ਇਸ ਪੁਆਇੰਟ 'ਤੇ ਪੋਟੈਂਸ਼ੀਅਲ ਐਨਰਜੀ ਕੀ ਹੋਊਗੀ, ਜ਼ੀਰੋ, ਪਰ ਇੱਥੇ ਮੈਕਸੀਮਮ ਕੀ ਹੋਊਗਾ, ਕਨੈਟਿਕ ਐਨਰਜੀ। ਤਾਂ ਇੱਥੇ ਟੋਟਲ ਐਨਰਜੀ ਇਕੱਲੀ ਪੋਟੈਂਸ਼ੀਅਲ ਦੇ ਬਰਾਬਰ ਹੈ, ਇੱਥੇ ਟੋਟਲ ਐਨਰਜੀ ਜਿਹੜੀ ਹੈਗੀ ਇਕੱਲੀ ਕਨੈਟਿਕ ਦੇ ਬਰਾਬਰ ਹੈ, ਕਿਉਂਕਿ ਇੱਥੇ ਪੋਟੈਂਸ਼ੀਅਲ ਜ਼ੀਰੋ ਹੈ, ਇੱਥੇ ਕਨੈਟਿਕ ਜ਼ੀਰੋ ਹੈ। ਆਹ ਵਿੱਚ ਵਿਚਾਲੇ ਟੋਟਲ ਐਨਰਜੀ ਕਨੈਟਿਕ ਪਲੱਸ ਪੋਟੈਂਸ਼ੀਅਲ ਦੇ ਬਰਾਬਰ ਹੈ, ਪਰ ਹਰੇਕ ਪੁਆਇੰਟ 'ਤੇ A B C ਹਰੇਕ ਪੁਆਇੰਟ 'ਤੇ ਜਿਹੜੀ ਟੋਟਲ ਐਨਰਜੀ ਹੈ ਉਹ ਸੇਮ ਹੈ, ਠੀਕ ਹੈ। ਉਹਦੀ ਵੈਲਿਊ ਕਿੰਨੀ ਰਹੂਗੀ, ਦੈਟ ਇਜ਼ mgh। ਫਿਰ ਆ ਗਿਆ ਮੋਸ਼ਨ ਆਫ ਏ ਸਮਾਲ ਸਫੈਰੀਕਲ ਬੋਲ ਓਵਰ ਏ ਵਾਚ ਗਲਾਸ। ਇਹ ਇੱਕ ਵਾਚ ਗਲਾਸ ਹੈ, ਤੁਹਾਡੀ ਕੈਮਿਸਟਰੀ ਲੈਬ 'ਚ ਹੁੰਦਾ, ਠੀਕ ਹੈ। ਇਹਨੂੰ ਤੁਸੀਂ ਇੱਕ ਤਰ੍ਹਾਂ ਦਾ ਝੂਟਾ ਵੀ ਮੰਨ ਸਕਦੇ ਹੋ ਵੱਡਾ ਸਾਰਾ। ਤਾਂ ਇਹਦੇ ਵਿੱਚ ਆਪਾਂ ਇੱਕ ਬੋਲ ਸਿੱਟਤੀ, ਤਾਂ ਬੋਲ ਨੀਚੇ ਆ, ਇਸ ਪੁਆਇੰਟ ਦੇ ਉੱਪਰ ਕੀ ਹੈ, ਇਹ ਰੈਸਟ 'ਚ ਹੈ, ਦੈਟ ਮੀਨਸ ਕਨੈਟਿਕ ਐਨਰਜੀ ਕੀ ਹੋਊਗੀ, ਜ਼ੀਰੋ। ਪਰ ਇਹ ਪੁਆਇੰਟ ਧਰਤੀ ਤੋਂ ਹਾਈਟ ਦੇ ਉੱਪਰ ਹੈ, h ਹਾਈਟ ਦੇ ਉੱਪਰ ਹੈ, ਤਾਂ ਇਹਦੇ ਕੋਲ ਕੀ ਹੈ, ਪੋਟੈਂਸ਼ੀਅਲ ਐਨਰਜੀ ਹੈ। ਜਦੋਂ ਮੈਂ ਇਹਨੂੰ ਛੱਡ ਦੂੰਗਾ ਤਾਂ ਪੋਟੈਂਸ਼ੀਅਲ ਐਨਰਜੀ ਕਨੈਟਿਕ ਵਿੱਚ ਕਨਵਰਟ ਹੋਣ ਲੱਗ ਜੂਗੀ। ਇਹ ਪੁਆਇੰਟ ਦੇ ਉੱਪਰ, ਇਹ ਪੁਆਇੰਟ ਹੁਣ ਧਰਤੀ ਦੇ ਉੱਪਰ ਆ ਗਿਆ ਬਿਲਕੁਲ, ਤਾਂ ਇੱਥੇ ਪੋਟੈਂਸ਼ੀਅਲ ਕੀ ਹੋਗੀ, ਜ਼ੀਰੋ ਹੋ ਗਈ। ਤਾਂ ਪਰ ਇਨਰਸ਼ੀਆ ਆਫ ਮੋਸ਼ਨ ਕਰਕੇ ਕੀ ਹੈ, ਅੱਗੇ ਜਾਊਗਾ ਇਹ, ਜਿਉਂ ਉੱਪਰ ਜਾਊਗਾ ਕਨੈਟਿਕ ਐਨਰਜੀ ਘਟਦੀ ਜਾਊਗੀ, ਪੋਟੈਂਸ਼ੀਅਲ ਐਨਰਜੀ ਵੱਧਦੀ ਜਾਊਗੀ। ਟੋਟਲ ਕਨੈਟਿਕ ਐਨਰਜੀ ਕਾਹਦੇ ਬਦਲ ਗਈ, ਪੋਟੈਂਸ਼ੀਅਲ 'ਚ ਬਦਲ ਗਈ, ਠੀਕ ਹੈ। ਅਤੇ ਇੱਥੇ ਕਨੈਟਿਕ ਕੀ ਹੋਊਗੀ, ਜ਼ੀਰੋ, ਤਾਂ ਫਿਰ ਪੋਟੈਂਸ਼ੀਅਲ ਕਰਕੇ ਨੀਚੇ ਆਊਗਾ, ਪੋਟੈਂਸ਼ੀਅਲ ਐਨਰਜੀ ਦੁਆਰਾ ਕਨੈਟਿਕ 'ਚ ਬਦਲ ਜੂਗੀ। ਇਸ ਪੁਆਇੰਟ 'ਤੇ ਕਨੈਟਿਕ ਐਨਰਜੀ ਕੀ ਹੈ, ਮੈਕਸਿਮਮ, ਬਿਲਕੁਲ ਉੱਪਰ ਵਾਲਾ ਕੇਸ ਹੈ, ਸੇਮ ਉੱਪਰ ਵਾਲਾ ਕੇਸ ਹੈ, ਠੀਕ ਹੈ। ਪਰ ਹਰੇਕ ਪੁਆਇੰਟ 'ਤੇ ਟੋਟਲ ਐਨਰਜੀ ਕੀ ਹੋਊਗੀ, ਜ਼ੀਰੋ। ਇਸ ਤਰ੍ਹਾਂ ਸਪਰਿੰਗ, ਜਿਵੇਂ ਆਪਾਂ ਕੱਲ੍ਹ ਕੀਤਾ ਸੀ ਕਿ ਸਪਰਿੰਗ ਖਿੱਚ ਕੇ ਛੱਡ ਦਿਓ ਤਾਂ ਉਹ ਇਸ ਤਰ੍ਹਾਂ ਵਾਈਬ੍ਰੇਟ ਕਰੂਗਾ। ਤਾਂ ਹਰੇਕ ਪੁਆਇੰਟ ਦੇ ਉੱਪਰ ਟੋਟਲ ਐਨਰਜੀ ਜਿਹੜੀ ਉਹ ਕਾਂਸਟੈਂਟ ਰਹੂਗੀ। ਐਕਸਟ੍ਰੀਮ ਪੋਜੀਸ਼ਨ ਦੇ ਉੱਪਰ ਪੋਟੈਂਸ਼ੀਅਲ ਐਨਰਜੀ ਮੈਕਸਿਮਮ ਹੈ, ਕਨੈਟਿਕ ਐਨਰਜੀ ਜ਼ੀਰੋ ਹੈ। ਮੀਨ ਪੋਜੀਸ਼ਨ 'ਤੇ ਕਨੈਟਿਕ ਐਨਰਜੀ ਮੈਕਸਿਮਮ ਹੈ, ਐਕਸਟ੍ਰੀਮ ਅਤੇ ਪੋਟੈਂਸ਼ੀਅਲ ਐਨਰਜੀ ਜਿਹੜੀ ਉਹ ਜ਼ੀਰੋ ਹੋ ਜਾਂਦੀ ਹੈ। ਕਨੈਟਿਕ ਐਨਰਜੀ ਮੈਕਸਿਮਮ, ਪੋਟੈਂਸ਼ੀਅਲ ਐਨਰਜੀ ਜ਼ੀਰੋ। ਹੁਣ ਆ ਗਿਆ ਸਾਡੇ ਕੋਲ ਡਿਫਰੈਂਟ ਫਾਰਮ ਆਫ ਐਨਰਜੀ। ਹੁਣ ਆਪਾਂ ਦੋ ਤਰ੍ਹਾਂ ਦੀ ਐਨਰਜੀ ਬਾਰੇ ਤਾਂ ਮੇਨ ਪੜ੍ਹ ਲਿਆ, ਕਨੈਟਿਕ ਅਤੇ ਪੋਟੈਂਸ਼ੀਅਲ ਬਾਰੇ। ਤੀਜੀ ਉਹਨਾਂ ਦਿਖਾਉਂਦਾ ਜੋੜ, ਦੈਟ ਇਜ਼ ਟੋਟਲ ਐਨਰਜੀ ਜਾਂ ਮਕੈਨੀਕਲ ਐਨਰਜੀ। ਇਸ ਤੋਂ ਇਲਾਵਾ ਵੀ ਤੁਹਾਨੂੰ ਪਤਾ ਐਨਰਜੀ ਦੀਆਂ ਬਹੁਤ ਸਾਰੀਆਂ ਫਾਰਮਸ ਹੁੰਦੀਆਂ ਨੇ, ਕਿਹੜੀਆਂ ਕੁਛ ਆਪਾਂ ਗੱਲ ਕਰਨੀ, ਸਿਰਫ ਇਹ ਸਮਝਣ ਵਾਸਤੇ ਨੇ, ਇਹਨਾਂ ਨੂੰ ਲਿਖਣ ਦੀ ਕੋਈ ਜ਼ਰੂਰਤ ਨਹੀਂ। ਜਾਂ ਲਿਖਣਾ ਤਾਂ ਇਹਨਾਂ ਵਿੱਚੋਂ ਕੋਈ ਜਿਹੜੇ ਇੱਕ ਦੋ ਮੇਨ ਲਾਈਨਾਂ ਨੇ ਉਹ ਲਿਖ ਲਓ। ਇਟ ਇਜ਼ ਅ ਐਨਰਜੀ ਪੋਜੈਸਡ ਬਾਈ ਅ ਬੋਡੀ ਬਾਈ ਵਰਚੂ ਆਫ ਦ ਰੈਂਡਮ ਮੋਸ਼ਨ ਆਫ ਦ ਮੋਲੀਕੂਲ। ਜਿਹੜੀ ਹੀਟ ਐਨਰਜੀ ਉਹ ਕਾਹਦੇ ਕਰਕੇ ਹੈ, ਤੁਹਾਨੂੰ ਪਤਾ ਹੈ ਹਰੇਕ ਜੋ ਕੋਈ ਵੀ ਮਟੀਰੀਅਲ ਹੈ ਉਹ ਕਾਹਦਾ ਬਣਿਆ ਹੋਇਆ, ਛੋਟੇ ਛੋਟੇ ਪਾਰਟੀਕਲਸ ਦਾ ਬਣਿਆ ਹੋਇਆ, ਐਟਮਸ ਅਤੇ ਮੋਲੀਕਿਊਲਸ ਦਾ। ਅਤੇ ਉਹ ਐਟਮਸ ਅਤੇ ਮੋਲੀਕਿਊਲ ਕੀ ਕਰਦੇ ਨੇ, ਲਗਾਤਾਰ ਮੂਵ ਕਰਦੇ ਨੇ। ਤੁਸੀਂ ਕੈਮਿਸਟਰੀ 'ਚ ਪੜ੍ਹਿਆ ਕਿਨੈਟਿਕ ਥਿਊਰੀ ਆਫ ਮੋਲੀਕਿਊਲਸ, ਠੀਕ ਹੈ। ਲਗਾਤਾਰ ਮੂਵ ਕਰਦੇ ਨੇ, ਅਤੇ ਜਦੋਂ ਮੂਵ ਕਰਦੇ ਨੇ ਤਾਂ ਉੱਥੇ ਕੀ ਪੈਦਾ ਹੁੰਦੀ ਹੈ, ਹੀਟ ਪੈਦਾ ਹੁੰਦੀ ਹੈ। ਹੀਟ ਇਜ਼ ਆਲਸੋ ਐਸੋਸੀਏਟਡ ਵਿਦ ਦ ਫੋਰਸ ਆਫ ਫ੍ਰਿਕਸ਼ਨ ਵੈਨ ਏ ਬਲੋਕ ਆਫ ਮਾਸ m, ਜਦੋਂ ਕੋਈ ਬਲੋਕ ਹੈ, ਕੋਈ ਮਾਸ ਹੈਗਾ, ਮਾਸ ਬਲੋਕ m, ਉਹਨੂੰ ਆਪਾਂ ਸਲਾਈਡ ਕਰਦੇ ਹਾਂ ਕਿਸੇ ਹੌਰੀਜ਼ੈਂਟਲ ਸਰਫੇਸ ਦੇ ਉੱਪਰ, ਠੀਕ ਹੈ। ਜਿਵੇਂ ਲੱਕੜ ਦਾ ਟੁਕੜਾ ਲੈ ਕੇ ਉਹਨੂੰ ਆਪਾਂ ਸਲਾਈਡ ਕਰਦੇ ਹਾਂ, ਤਾਂ ਕੀ ਹੋਊਗੀ, ਉਹ v ਸਪੀਡ ਦੇ ਨਾਲ x ਡਿਸਟੈਂਸ 'ਤੇ ਉਹਨੂੰ ਆਪਾਂ ਰੋਕਦੇ ਹਾਂ। ਤਾਂ ਕੀ ਕਰਨਾ ਪਿਆ, ਵਰਕ ਡਨ ਕਰਨਾ ਪਿਆ ਬਾਏ ਦਾ ਫੋਰਸ ਆਫ ਕਨੈਟਿਕ ਫ੍ਰਿਕਸ਼ਨ ਓਵਰ ਦਾ ਸਰਫੇਸ ਆਫ x। ਤਾਂ ਉੱਥੇ ਆਪਾਂ ਵਰਕ ਡਨ ਕੀਤਾ ਕਿਹਦੇ ਖਿਲਾਫ, ਫ੍ਰਿਕਸ਼ਨ ਦੇ ਖਿਲਾਫ, ਠੀਕ ਹੈ। ਤਾਂ ਫ੍ਰਿਕਸ਼ਨ ਫੋਰਸ ਨੂੰ ਆਪਾਂ ਲਿਖਿਆ -fx। ਕਿਉਂ ਲਿਖਿਆ ਮਾਈਨਸ, ਕਿਉਂ ਲਿਖਿਆ, ਕਿਉਂਕਿ ਆਪੋਜ਼ਿਟ ਹੁੰਦੀ ਹੈ ਸਾਡੀ ਫੋਰਸ ਦੇ ਉਹ। ਬਾਏ ਦਾ ਵਰਕ ਡਨ ਥਿਊਰਮ, ਕਿੰਨਾ ਵਰਕ ਡਨ ਹੋਇਆ, ਉਹ ਕਨੈਟਿਕ ਐਨਰਜੀ ਦੇ ਚੇਂਜ ਦੇ ਬਰਾਬਰ ਹੋਊਗਾ। ਵੀ ਓਫਨ ਸੇ ਕਨੈਟਿਕ ਐਨਰਜੀ ਉਹ ਬਲੋਕ ਇਜ਼ ਲੋਸਟ ਡਿਊ ਟੂ ਫ੍ਰਿਕਸ਼ਨਲ ਫੋਰਸ। ਹੁਣ ਆਪਾਂ ਕਹਿੰਦੇ ਕਨੈਟਿਕ ਐਨਰਜੀ ਜਿਹੜੀ ਉਹ ਲੋਸ ਹੋ ਗਈ, ਉਹ ਫ੍ਰਿਕਸ਼ਨਲ ਫੋਰਸ ਕਰਕੇ, ਪਰ ਉਹ ਲੋਸ ਨਹੀਂ ਹੋਈ, ਉਹ ਕਿੱਥੇ ਚਲੀ ਗਈ, ਕਿਉਂਕਿ ਐਨਰਜੀ ਤਾਂ ਕਦੇ ਖਤਮ ਨਹੀਂ ਕੀਤੀ ਜਾ ਸਕਦੀ। ਐਨਰਜੀ ਦਾ ਆਪਾਂ ਪ੍ਰਿੰਸੀਪਲਸ ਨੂੰ ਮੈਂ ਕਈ ਵਾਰੀ ਦੱਸ ਚੁੱਕਿਆ ਕਿ ਐਨਰਜੀ ਨੂੰ ਆਪਾਂ ਖਤਮ ਨਹੀਂ ਕਰ ਸਕਦੇ, ਡਿਸਟਰੋਏ ਨਹੀਂ ਕਰ ਸਕਦੇ, ਐਨਰਜੀ ਅਸੀਂ ਪੈਦਾ ਵੀ ਨਹੀਂ ਕਰ ਸਕਦੇ,
ठीक है, ਆਪਾਂ ਕਹੀਏ ਵੀ એનર્ਜੀ ਪੈਦਾ ਕਰ, ਜਿਵੇਂ ਜਨਰੇਟਰ ਹੈ, ਆਪਾਂ ਕਹਿੰਦੇ ਕਿ ਬਿਜਲੀ ਬਣਾਉਂਦਾ ਜਨਰੇਟਰ, ਬਿਜਲੀ ਬਣਾਉਂਦਾ ਥੋੜ੍ਹੀ ਹੈ, ਉਹ ਬਿਜਲੀ ਦੂਜੀ ਫਾਰਮ ਨੂੰ ਬਿਜਲੀ 'ਚ ਕਨਵਰਟ ਕਰਦਾ। ਕਿਹੜੀ ਫਾਰਮ ਨੂੰ? ਜੋ ਅਸੀਂ ਉਹ 'ਚ ਡੀਜ਼ਲ ਜਾਂ ਤੇਲ ਪਾਇਆ ਉਹਦੇ 'ਚ ਕੈਮੀਕਲ ਐਨਰਜੀ ਹੈ, ਕੈਮੀਕਲ ਐਨਰਜੀ ਨੂੰ ਮਕੈਨੀਕਲ ਐਨਰਜੀ 'ਚ ਬਦਲਦਾ, ਮਕੈਨੀਕਲ ਐਨਰਜੀ ਤੋਂ ਇਲੈਕਟ੍ਰੀਕਲ ਐਨਰਜੀ ਬਣਦੀ ਹੈ। ਉਹ ਸਿਰਫ ਐਨਰਜੀ ਦੀ ਫਾਰਮ ਨੂੰ ਚੇਂਜ ਕਰਦਾ ਹੈ। ਹਰੇਕ ਜੋ ਤੁਸੀਂ ਇੰਸਟਰੂਮੈਂਟ ਜਾਣਦੇ ਹੋ, ਤੁਹਾਡੇ ਕੋਲ ਬੱਲਬ ਹੈ, TV ਹੈ, ਫਰਿੱਜ ਹੈ, ਪੱਖਾ ਹੈ, ਕੂਲਰ ਹੈ, AC ਹੈ, ਕਾਰਾਂ ਨੇ, ਗੱਡੀਆਂ ਨੇ, ਮੋਟਰਸਾਈਕਲ ਨੇ, ਜਹਾਜ਼ ਨੇ, ਜੋ ਵੀ ਇਹ ਸਾਰੇ ਡਿਵਾਈਸਿਸ ਨੇ, ਜੋ ਮਟੀਰੀਅਲ ਮਸ਼ੀਨਰੀ ਹੈ ਸਾਰੀ, ਇਹ ਕੀ ਕਰਦੀ ਹੈ? ਇੱਕ ਫਾਰਮ ਆਫ ਐਨਰਜੀ ਨੂੰ ਦੂਜੀ 'ਚ ਕਨਵਰਟ ਕਰਕੇ ਚੱਲਦੀ ਹੈ, ਵਰਕ ਕਰਦੀ ਹੈ। ਠੀਕ ਹੈ, ਤਾਂ ਕਹਿੰਦਾ ਵੀ ਐਗਜ਼ਾਮਿਨ ਦੈਟ ਬਲੋਕ ਜਿਹੜਾ ਹੈਗਾ ਉਹ ਸਰਫੇਸ ਬਲੋਕ ਐਂਡ ਦਾ ਸਰਫੇਸ ਕੇਅਰਫੁਲੀ ਵੀ ਡਿਟੈਕਟ ਦੈਟ ਸਲਾਈਟ ਇਨਕਰੀਜ਼ ਇਨ ਦਾ ਟੈਂਪਰੇਚਰ, ਕਿ ਜਦੋਂ ਆਪਾਂ ਕਹਿੰਦੇ ਥੋੜ੍ਹੀ ਦੂਰ ਜਾ ਕੇ ਬਲੋਕ ਰੁਕ ਗਿਆ, ਮਤਲਬ ਕਨੈਟਿੰਗ ਐਨਰਜੀ 0 ਹੋ ਗਈ, ਤਾਂ ਉਹ ਐਨਰਜੀ ਗਈ ਕਿੱਥੇ? ਹੁਣ ਤਾਂ ਪੋਟੈਂਸ਼ੀਅਲ ਐਨਰਜੀ 'ਚ ਵੀ ਨਹੀਂ ਬਦਲੀ। ਤਾਂ ਅਸੀਂ ਜੇਕਰ ਧਿਆਨ ਨਾਲ ਦੇਖੀਏ ਤਾਂ ਜਿਹੜਾ ਬਲੋਕ ਦਾ ਅਤੇ ਸਰਫੇਸ ਦਾ ਟੈਂਪਰੇਚਰ ਥੋੜ੍ਹਾ ਜਿਹਾ ਵਧਿਆ ਹੋਊਗਾ, ਤਾਂ ਉਹ ਵਰਕ ਡਨ ਹੈ ਜਿਹੜਾ ਉਹ ਲੋਸਟ ਨਹੀਂ ਹੋਇਆ, ਉਹ ਟਰਾਂਸਫਰ ਹੋ ਗਿਆ ਜਾਂ ਕਨਵਰਟ ਹੋ ਗਿਆ ਹੀਟ ਐਨਰਜੀ ਦੇ ਵਿੱਚ। ਸਮਝ ਲੱਗ ਗਈ ਕਿ ਹੀਟ ਐਨਰਜੀ ਕਿਉਂ ਹੁੰਦੀ ਹੈ? ਇੱਕ ਤਾਂ ਇੰਟਰਨਲ ਮੋਸ਼ਨ ਆਫ ਦਾ ਐਟਮਸ ਕਰਕੇ ਹੁੰਦੀ ਹੈ, ਇੱਕ ਜਦੋਂ ਵਰਕ ਕੀਤਾ ਜਾਂਦਾ ਤਾਂ ਵਰਕ ਅਗੇਂਸਟ ਫ੍ਰਿਕਸ਼ਨ ਕੀਤਾ ਜਾਂਦਾ ਤਾਂ ਉਹ ਜਿਹੜੀ ਐਨਰਜੀ ਹੈ ਉਹ ਹੀਟ 'ਚ ਕਨਵਰਟ ਹੋ ਜਾਂਦੀ ਹੈ। ਇੰਟਰਨਲ ਐਨਰਜੀ ਇਹ ਬੋਡੀ ਦੇ ਬਾਈ ਵਰਚੂ ਆਫ ਦਾ ਪਰਟੀਕੂਲਰ ਕਨਫੀਗਰੇਸ਼ਨ ਆਫ ਦਾ ਮੋਲੀਕੂਲ ਐਂਡ ਆਲਸੋ ਦੇ ਰੈਂਡਮ ਮੋਸ਼ਨ, ਇਹ ਬੋਡੀ ਦੀ ਖਾਸ ਕਨਫੀਗਰੇਸ਼ਨ ਕਰਕੇ, ਮੋਲੀਕਿਊਲਸ ਦੀ ਖਾਸ ਪੋਜੀਸ਼ਨ ਕਰਕੇ, ਠੀਕ ਹੈ, ਅਤੇ ਉਹਨਾਂ ਦੇ ਮੋਸ਼ਨ ਕਰਕੇ, ਮਤਲਬ ਦੋ ਤਰੀਕੇ ਕਰਕੇ, ਖਾਸ ਕਨਫੀਗਰੇਸ਼ਨ ਯਾਨੀ ਕਿ ਪੋਟੈਂਸ਼ੀਅਲ ਐਨਰਜੀ ਅਤੇ ਉਹਨਾਂ ਦਾ ਰੈਂਡਮ ਮੋਸ਼ਨ ਮਤਲਬ ਕਨੈਟਿਕ ਐਨਰਜੀ, ਦੋਨਾਂ ਦੇ ਜੋੜ ਦੇ ਬਰਾਬਰ ਹੈ। ਦਸ ਇੰਟਰਨਲ ਐਨਰਜੀ ਜਿਹੜੀ ਸਮ ਆਫ ਦਾ ਪੋਟੈਂਸ਼ੀਅਲ ਐਨਰਜੀ ਐਂਡ ਕਨੈਟਿਕ ਐਨਰਜੀ ਆਫ ਦਾ ਮੋਲੀਕੂਲ ਆਫ ਦਾ ਬੋਡੀ। ਪੋਟੈਂਸ਼ੀਅਲ ਐਨਰਜੀ ਡਿਊ ਟੂ ਦਾ ਕਨਫੀਗਰੇਸ਼ਨ ਆਫ ਮੋਲੀਕੂਲ, ਕਿਸ ਤਰੀਕੇ ਨਾਲ ਉਹ ਜੁੜੇ ਹੋਏ ਨੇ, ਠੀਕ ਹੈ, ਕਿਹੜੀ ਫੋਰਸਿਸ ਉਹਦੇ ਉੱਪਰ ਲੱਗ ਰਹੀਆਂ ਨੇ, ਉਹਨੂੰ ਕੁਝ ਇੱਕ ਖਾਸ ਪੋਜੀਸ਼ਨ 'ਚ ਰੱਖ ਰਹੀਆਂ ਨੇ। ਅਤੇ ਕਨੈਟਿਕ ਐਨਰਜੀ ਉਹਨਾਂ ਦੇ ਰੈਂਡਮ ਮੋਸ਼ਨ ਕਰਕੇ ਦੱਸ ਦਿੱਤਾ ਹੁਣ ਮੈਂ ਕਿ ਲਗਾਤਾਰ ਕੀ ਕਰਦੇ ਨੇ, ਪਾਰਟੀਕਲ ਮੂਵ ਕਰਦੇ ਨੇ। ਹਾਂਜੀ, ਅੱਗੇ ਹੈ ਸਾਡੇ ਕੋਲ ਇਲੈਕਟ੍ਰੀਕਲ ਐਨਰਜੀ। ਦਾ ਫਲੋ ਆਫ ਇਲੈਕਟ੍ਰਿਕ ਕਰੰਟ ਕਾਜ਼ ਬੱਲਬ ਟੂ ਗਲੋ। ਆਪਾਂ ਨੂੰ ਪਤਾ ਹੈ ਬਿਜਲੀ ਪਾਸ ਕਰਦੇ ਹਾਂ ਬੱਲਬ 'ਚੋਂ ਤਾਂ ਬੱਲਬ ਗਲੋ ਕਰਦਾ, ਫੈਨ ਘੁੰਮਦਾ, ਠੀਕ ਹੈ, ਬੈਲ ਵੱਜਦੀ ਹੈ, ਇਹ ਸਾਰੀਆਂ ਕਿਹਦੇ ਨਾਲ ਚੱਲਦੀਆਂ ਨੇ? ਦੀਜ਼ ਆਰ ਡਿਊ ਟੂ ਇਲੈਕਟ੍ਰੀਕਲ ਐਨਰਜੀ। ਇਲੈਕਟ੍ਰੀਕਲ ਐਨਰਜੀ ਕੀ ਹੁੰਦੀ ਹੈ? ਤੁਸੀਂ 10ਵੀਂ ਕਲਾਸ 'ਚ ਪੜ੍ਹਿਆ, ਇਲੈਕਟ੍ਰੀਕਲ ਕਰੰਟ, ਬਿਜਲੀ ਕਰੰਟ। ਦਾ ਫਲੋ ਆਫ ਦਾ ਵਰਕ ਡਨ ਮੂਵਿੰਗ ਫ੍ਰੀ ਚਾਰਜ ਕੈਰੀਅਰ ਇਨ ਦਾ ਪਰਟੀਕੂਲਰ ਡਾਇਰੈਕਸ਼ਨ, ਕਿ ਜਦੋਂ ਚਾਰਜ ਕੈਰੀਅਰ ਨੇ ਇੱਕ ਖਾਸ ਦਿਸ਼ਾ ਦੇ ਵਿੱਚ ਮੂਵ ਕਰਦੇ ਨੇ ਤਾਂ ਉਹ ਕੀ ਬਣਾਉਂਦੇ ਨੇ? ਕਰੰਟ ਬਣਾਉਂਦੇ ਨੇ, ਠੀਕ ਹੈ। ਦਿਸ ਕਾਜ਼ ਇਨ ਦਾ ਐਕਸਪੈਂਡੀਚਰ ਆਫ ਇਲੈਕਟ੍ਰੀਕਲ ਐਨਰਜੀ, ਅਤੇ ਉਹਨਾਂ ਦੇ ਜਦੋਂ ਕਰੰਟ ਕਿਸੇ ਇਲੈਕਟ੍ਰੀਕਲ ਡਿਵਾਈਸ 'ਚੋਂ ਲੰਘਦਾ ਹੈ ਤਾਂ ਇਲੈਕਟ੍ਰੀਕਲ ਐਨਰਜੀ ਕਨਵਰਟ ਹੋ ਜਾਂਦੀ ਹੈ। ਆਪਾਂ ਕਹਿੰਦੇ ਬਿਜਲੀ ਖਰਚ ਹੋ ਗਈ, ਖਰਚ ਨਹੀਂ ਹੋਈ, ਕਨਵਰਟ ਹੋ ਗਈ ਲਾਈਟ ਦੇ ਵਿੱਚ, ਹੀਟ ਦੇ ਵਿੱਚ, ਸਾਊਂਡ ਦੇ ਵਿੱਚ, ਠੀਕ ਹੈ। ਫਿਰ ਆ ਗਿਆ ਕੈਮੀਕਲ ਐਨਰਜੀ। ਕੈਮੀਕਲ ਐਨਰਜੀ ਜਿਹੜੀ ਹੈਗੀ ਆ ਮੋਲੀਕਿਊਲਸ ਦੇ ਜਿਹੜੇ ਬੌਂਡ ਹੁੰਦੇ ਨੇ, ਆਪਾਂ ਨੂੰ ਪਤਾ ਹੈ ਕਿ ਤੁਸੀਂ ਕੈਮਿਸਟਰੀ 'ਚ ਪੜ੍ਹਿਆ ਹਰੇਕ ਮਟੀਰੀਅਲ ਜਿਹੜਾ ਹੈਗਾ ਉਹ ਐਟਮ ਜਾਂ ਮੋਲੀਕਿਊਲ ਤੋਂ ਬਣਿਆ ਹੋਇਆ, ਅਤੇ ਉਹ ਐਟਮ ਜਾਂ ਮੋਲੀਕਿਊਲ ਬੰਨੇ ਹੋਏ ਨੇ, ਆਪਸ ਦੇ ਵਿੱਚ ਜੁੜੇ ਹੋਏ ਨੇ ਕੈਮੀਕਲ ਬੌਂਡਸ ਨਾਲ। ਤਾਂ ਜਦੋਂ ਉਹ ਬੌਂਡਸ ਟੁੱਟਦੇ ਨੇ, ਠੀਕ ਹੈ, ਜਦੋਂ ਕੋਈ ਕੈਮੀਕਲ ਰਿਐਕਸ਼ਨ ਹੁੰਦੀ ਹੈ, ਤੁਸੀਂ ਕੈਮਿਸਟਰੀ 'ਚ ਪੜ੍ਹ ਚੁੱਕੇ ਹੋਵੋਗੇ, ਦੋ ਤਰ੍ਹਾਂ ਦੀਆਂ ਕੈਮੀਕਲ ਰਿਐਕਸ਼ਨ ਹੁੰਦੀਆਂ ਨੇ, ਇੱਕ ਐਕਸੋਥਰਮਿਕ, ਇੱਕ ਐਂਡੋਥਰਮਿਕ। ਐਕਸੋਥਰਮਿਕ ਮਤਲਬ ਜਿਹਦੇ ਵਿੱਚ ਕੈਮੀਕਲ ਰਿਐਕਸ਼ਨ ਹੋਣ 'ਤੇ ਐਨਰਜੀ ਰਿਲੀਜ਼ ਹੁੰਦੀ ਹੈ। ਐਂਡੋਥਰਮਿਕ ਜਿਹਦੇ ਵਿੱਚ ਕੈਮੀਕਲ ਰਿਐਕਸ਼ਨ ਕਰਨ ਵਾਸਤੇ ਹੀਟ ਦੇਣੀ ਪੈਂਦੀ ਹੈ। ਤਾਂ ਜਿਹੜੀਆਂ ਰਿਐਕਸ਼ਨਸ ਦੇ ਵਿੱਚ ਹੀਟ ਪੈਦਾ ਹੁੰਦੀ ਹੈ, ਹੀਟ ਨਿਕਲਦੀ ਹੈ, ਐਨਰਜੀ ਨਿਕਲਦੀ ਹੈ, ਤਾਂ ਉਹ ਸਾਰੀਆਂ ਰਿਐਕਸ਼ਨ ਨੇ ਜਿਹੜੀਆਂ ਆਪਾਂ ਨੂੰ ਕੈਮੀਕਲ ਐਨਰਜੀ ਪ੍ਰੋਵਾਈਡ ਕਰਦੀਆਂ ਨੇ, ਠੀਕ ਹੈ। ਉਹਨਾਂ ਨੂੰ ਆਪਾਂ ਵਰਤਦੇ, ਜਿਵੇਂ ਆਪਾਂ ਲੱਕੜ ਨੂੰ ਅੱਗ ਲਗਾਉਂਦੇ ਹਾਂ ਤਾਂ ਉਹ ਲੱਕੜ ਜੋ ਜਲਦੀ ਹੈ, ਲੱਕੜ ਦਾ ਅੱਗ ਲੱਗਣ ਦਾ ਮਤਲਬ ਕੀ ਹੈ? ਉਹਦੀ ਆਕਸੀਜਨ ਨਾਲ ਕਿਰਿਆ, ਲੱਕੜ ਦੇ ਮੋਲੀਕਿਊਲਸ ਨੇ ਜਿਹੜੇ ਉਹਨਾਂ ਦੀ ਆਕਸੀਜਨ ਨਾਲ ਜਦੋਂ ਕਿਰਿਆ ਹੁੰਦੀ ਹੈ ਤਾਂ ਐਨਰਜੀ ਰਿਲੀਜ਼ ਹੁੰਦੀ ਹੈ, ਅਤੇ ਉਸੇ ਐਨਰਜੀ ਨੂੰ ਆਪਾਂ ਖਾਣਾ ਪਕਾਉਣ ਲਈ, ਠੰਡ ਤੋਂ ਬਚਣ ਲਈ ਅਲੱਗ-ਅਲੱਗ ਕੰਮਾਂ ਵਾਸਤੇ ਵਰਤਦੇ ਹਾਂ। ਫਿਰ ਆ ਗਿਆ ਨਿਊਕਲੀਅਰ ਐਨਰਜੀ। ਇਹ ਵੀ ਤੁਸੀਂ ਪੜ੍ਹਿਆ ਹੋਊਗਾ ਕੈਮਿਸਟਰੀ ਦੇ ਵਿੱਚ, ਤੁਹਾਡਾ ਸਟਰਕਚਰ ਆਫ ਐਟਮ ਦੇ ਵਿੱਚ, ਕਿ ਹਰੇਕ ਐਟਮ ਹੈ ਜਿਹੜਾ ਉਹਦੀ ਜਿਹੜੀ ਬੇਸਿਕ ਸਟਰਕਚਰ ਹੈ ਉਹਦੇ ਵਿੱਚ ਕੀ ਹੁੰਦਾ? ਸੈਂਟਰ ਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਹੁੰਦਾ ਜਿਹਨੂੰ ਆਪਾਂ ਨਿਊਕਲੀਅਸ ਕਹਿੰਦੇ ਹਾਂ। ਤੁਸੀਂ ਛੋਟੀਆਂ ਕਲਾਸਾਂ 'ਚ ਵੀ ਪੜ੍ਹਿਆ ਕੇਂਦਰਕ ਜਾਂ ਨਿਊਕਲੀਅਸ। ਅਤੇ ਨਿਊਕਲੀਅਸ ਦੇ ਵਿੱਚ ਕੀ ਹੁੰਦੇ ਨੇ? ਪ੍ਰੋਟੋਨ ਹੁੰਦੇ ਨੇ, ਨਿਊਟਰੋਨ ਹੁੰਦੇ ਨੇ, ਆਪਸ ਦੇ ਵਿੱਚ ਬੰਨੇ ਹੁੰਦੇ ਨੇ, ਠੀਕ ਹੈ ਜੀ। ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਐਟਮ ਨੇ, ਕੁਦਰਤੀ ਤੌਰ 'ਤੇ ਵੀ ਹੈਗੇ ਨੇ ਅਤੇ ਬਣਾਉਟੀ ਵੀ ਹੈਗੇ ਨੇ, ਜਿਨ੍ਹਾਂ ਦੇ ਨਿਊਕਲੀਅਸ ਨੇ ਜਿਹੜੇ ਅਨਸਟੇਬਲ ਨੇ, ਮਤਲਬ ਉਹ ਸਟੇਬਲ ਨਹੀਂ ਹੈਗੇ, ਅਤੇ ਉਹ ਲਗਾਤਾਰ ਕੀ ਹੁੰਦੇ ਰਹਿੰਦੇ ਨੇ? ਵਿਘਟਿਤ ਹੁੰਦੇ ਰਹਿੰਦੇ ਨੇ, ਡਿਸਇੰਟੀਗ੍ਰੇਟ ਹੁੰਦੇ ਰਹਿੰਦੇ ਨੇ, ਟੁੱਟਦੇ ਰਹਿੰਦੇ ਨੇ, ਅਤੇ ਉਹਨਾਂ ਤੋਂ ਕੀ ਨਿਕਲਦੀ ਹੈ? ਐਨਰਜੀ ਨਿਕਲਦੀ ਹੈ। ਦੈਟ ਇਜ਼ ਕਾਲਡ ਨਿਊਕਲੀਅਰ ਐਨਰਜੀ, ਠੀਕ ਹੈ। ਇਹਨੂੰ ਆਪਾਂ ਡਿਟੇਲ 'ਚ ਪੜ੍ਹਾਂਗੇ ਬਾਅਦ ਦੇ ਵਿੱਚ, ਫਿਲਹਾਲ ਆਪਾਂ ਨੂੰ ਇੰਨਾ ਕਿ ਇੱਥੇ ਸਿਰਫ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਉਮੀਦ ਹੈ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਡਿਫਰੈਂਟ ਫਾਰਮਸ ਆਫ ਐਨਰਜੀ ਕੀ ਨੇ। ਹਾਂਜੀ, ਅਗਲਾ ਟੌਪਿਕ ਸਾਡੇ ਕੋਲ ਹੈ ਮਾਸ ਐਨਰਜੀ ਇਕੁਵਲੈਂਸ। ਇਹ ਕੀ ਚੀਜ਼ ਹੈ? ਆਈਨਸਟਾਈਨ ਦਾ ਤੁਸੀਂ ਨਾਮ ਸੁਣਿਆ ਹੋਊਗਾ, ਇੱਕ ਬਹੁਤ ਜ਼ਿਆਦਾ ਮਸ਼ਹੂਰ, ਆਪਾਂ ਕਹਿ ਸਕਦੇ ਸਭ ਤੋਂ ਮਸ਼ਹੂਰ ਜਿਹੜੇ ਹੁਣ ਤੱਕ ਦੇ ਸਾਇੰਟਿਸਟ ਹੋਏ ਆਈਨਸਟਾਈਨ ਹੋਏ ਨੇ। ਉਹਨਾਂ ਨੇ 1905 ਦੇ ਵਿੱਚ ਇੱਕ ਡਿਸਕਵਰੀ ਕੀਤੀ ਸੀ। ਤਾਂ ਹੁਣ ਤੱਕ ਤਾਂ ਆਪਾਂ ਇਹ ਪੜ੍ਹਦੇ ਆਏ ਕਿ ਐਨਰਜੀ ਜਿਹੜੀ ਹੈਗੀ ਹੈ
इज़ कंजर्वड, जो टोटल एनर्जी है कंजर्व होंगी है। एनर्जी कैन नैदर भी क्रिएटेड नॉर भी डिस्ट्रॉयड। टोटल एनर्जी जी यूनीवर्स की है, यूनीवर्स जिन्नी भी एनर्जी है कंजर्व है। सिर्फ हो की रहा है यूनीवर्स से एक टाइप की एनर्जी दूजी टाइप के बदली जा रही है, ठीक है, किसी क्रिया करके, पर टोटल जी हैगी वो कॉन्सटेंट है। पर आइनस्टाइन ने थोड़ा जिहा वध के एक गल कही, वो कहते कल्ली एनर्जी कॉन्सटेंट नहीं हैगी, मास ते एनर्जी कॉन्सटेंट है। मास ते एनर्जी ये की चीज़ है? उन्होंने कहा कि एनर्जी कैन बी ट्रांसफॉर्मड इंटू मास एंड मास कैन बी ट्रांसफॉर्मड इंटू एनर्जी। एनर्जी नूं मास दे विच बदलिया जा सकता है तो मास नूं एनर्जी 'च बदलिया जाता है। जी आपां न्यूक्लीयर एनर्जी की गल कर चुके हैं, न्यूक्लीयर एनर्जी 'च यही चीज़ होंदी है। न्यूक्लीयर एनर्जी 'च की होंदा है, थोड़ा जिहा मास है जिहड़ा एटम का वो एनर्जी 'च कन्वर्ट हो जाता है, बहुत ही नगलीजिबल मास है वो एनर्जी 'च कन्वर्ट हो जाता है, तो जिहदे विचों बहुत ज़्यादा एनर्जी पैदा होंदी है, ठीक है। तुसीं एटम बंब का नाम सुनिया होगा, तो वो एटम बंब च भी की होंदा है, मास इज़ कन्वर्टड इंटू एनर्जी। तो वो देखो एटम बंब दुनिया के सब तो खतरनाक बंब विचों आते हैं, विचों इन्नी ज़्यादा हीट पैदा होंदी है, इन्नी ज़्यादा एनर्जी पैदा होंदी है कि बहुत बड़े पद्धर से तबाही होंदी है नॉर्मल जिहड़े कैमीकल बंब होंदे ने उहदे मुकाबले। क्योंकि नॉर्मल कैमीकल बंब दे विच किहड़ी एनर्जी यूज हुई है? कैमीकल एनर्जी, जिहड़ी आपां उपर बॉन्ड टुटण ते पुराने बॉन्ड टुटदे ने, नवे बॉन्ड बनते हैं, ठीक है। पर जिहड़ा न्यूक्लीयर एनर्जी है उहदे विच एटम खत्म हो गया। तो आइनस्टाइन ने इसे गल का पता लगाया कि मास नूं एनर्जी 'च कन्वर्ट किया जा सकता है, तो एनर्जी नूं मास 'च। आपां मास नूं तां एनर्जी 'च कन्वर्ट करना सीख गए, ठीक है, एक्सपैरीमेंटली असीं मास नूं एनर्जी 'च कन्वर्ट करना तो सीख ले, पर एनर्जी नूं मास 'च कन्वर्ट करना हजे असीं नहीं सीखे। और जेकर ये चीज़ पॉसीबल हो जाती है, ठीक है, एनर्जी नूं मास 'च कन्वर्ट करने वाली, तो जे तुसीं फिल्मां 'च शायद साइंस फिक्शन फिल्मां 'च देखिया होगा कि बंदे ने जिहड़े वो एक रेज बन के एक जगह तो दूजी जगह ते ट्रांसफर किए गए चले जाते हैं या ट्रैवल करते हैं, तो वो सारिया चीज़ां ने जिहड़ियां जां आपां कहने टाइम ट्रैवल वगैरह वो सब कुछ संभव हो जाऊगा। मतलब ये इक्वेशन इन्नी वड्डे लेवल की इक्वेशन है, जेकर इसनूं असीं प्रैक्टिकली प्रूव कर लैंदे जां इहनूं प्रैक्टिकली असीं नूं साबित करके दिखा दिंदे आ। एक पासा तो साबित हो गया पर दूसरा पासा नहीं असीं साबित, मतलब है तो सच है पर असीं उहनूं करना नहीं जानते हले किवें करिए। तो उन्होंने सानूं एक इक्वेशन दी ई इज इक्वल टू एम सी स्केयर। एम की है? मास दैट डिसअपीयर, समझो मास दैट डिसअपीयर, जिहड़ा मास खत्म हो गया, मतलब जिहड़ा मास घट गया, जिहड़ा एनर्जी च बदलिया है। ई की है? जिहड़ी एनर्जी अपीयर हुई है, जिहड़ी एनर्जी पैदा हुई है। सी की है? वेलोसिटी ऑफ लाइट है। सो दिस इज वैन मास इज बीइंग कन्वर्टेड इनटू एनर्जी। कन्वर्सली वैन अमाउंट ऑफ एनर्जी इज कन्वर्टेड इनटू मास, दैट इज कॉल्ड मास एनर्जी इक्विवेलेंस। एम इज इक्वल टू ई अपॉन सी स्केयर। ई इज इक्वल टू एम सी स्केयर, एम इधर रख लो, सी नूं परले पासे ले जाओ, तो एम इज इक्वल टू ई अपॉन सी स्केयर। According to the modern quantum physics, mass and energy are not conserved separately but are conserved as single entity called mass energy। कहना मास ते एनर्जी दो अलग अलग चीज़ां नहीं हैगियां, ये दोने इकट्ठियां चीज़ां ने क्योंकि दोने इंटर कन्वर्टेबल ने। जिवें आपां एनर्जी ते वर्क की गल करते हैं, एनर्जी का फार्मूला भी उही है, एडमिशन फार्मूला वर्क का भी उही है, दोनों की यूनिट भी उही है। क्यों? क्योंकि दोनों इंटर कन्वर्टेबल ने, दोनों असीं एक मन के चलते हैं कि काम एनर्जी की फॉर्म 'च जमा हो जाता है तो एनर्जी तो कम हो जाता है। सिमिलरली एनर्जी जिहड़ा लॉ ऑफ कंजरवेशन ऑफ एनर्जी है वो कल्ला सही नहीं हैगा, वो कल्ला गलत है, ठीक है। इन्होंने कहा कि कल्ला एनर्जी अलग कंजर्व तो मास अलग कंजर्व नहीं हैगा। एनर्जी बढ़ती रहिंदी है तो मास भी बढ़ता जां घटदा रहिंदा है। भी टोटल एनर्जी जिहड़ी पहले कहते टोटल एनर्जी यूनिवर्स की कॉन्सटेंट है, उन्हें कहा नहीं, टोटल एनर्जी नहीं कल्ली, टोटल मास तो एनर्जी कॉन्सटेंट ने, ठीक है, कि मास एनर्जी 'च कन्वर्ट होंदा रहिंदा है, एनर्जी मास 'च कन्वर्ट होंदी रहिंदी है, तो कल्ली एनर्जी बढ़दी घटदी रहिंदी है, कल्ला मास भी बढ़दा घट रहिंदा है, पर दोनों का जोड़ मास ते एनर्जी का जोड़ जिहड़ा हमेशा कंजर्व रहिंदा है। So thus the law of conservation of mass and law of conservation of energy have been unified by the relation into a single law called conservation of mass energy. This relation is great importance in physics and it has solved many hitherto unsolved problem। इन्हां बहुत सारियां unsolved problem ने जिहड़ियां हल होईयां ने। The origin of solar energy, सूरज कोल एनर्जी कित्थों आउंदी है? सैटलर एनर्जी जिहड़े सितारे ने उन्हां कोल एनर्जी कित्थों आउंदी है? न्यूक्लीयर एनर्जी फ्रॉम द फ्यूजन कित्थों आउंदी है? फ्यूजन कित्थों आउंदी है? जो यूनीवर्स 'च बड़े बड़े एनर्जी के सोर्स ने उन्होंने को एनर्जी कित्थों आ रही है? उसका आंसर सानू ये क्वेश्चन दिंदी है, ई इज इक्वल टू मास एम सी स्केयर। सूरज जिहड़ा एडा वड्डा एनर्जी का सोर्स है जितों सानू लगातार एनर्जी मिल रही है, उहदे विच आही रिएक्शन हो रही है। सूरज दे विच हाई मास है जिहड़ा वो कन्वर्ट हो रहा एनर्जी दे विच, ठीक है। तो एज स्पीड ऑफ लाइट, तो जेकर असीं मास नू स्पीड ऑफ लाइट के उपर सिट दईए जां कि कोई मास स्पीड ऑफ लाइट से ट्रैवल करूगा तो मास एनर्जी 'च कन्वर्ट हो जाऊगा।
ठीक है, ये बहुत ज़्यादा होंगी है। अ स्ट्रेंजिंग अमाउंट ऑफ एनर्जी इज एसोसीएटेड विद द मेयर 1 किलोग्राम ऑफ मैटर। 1 किलोग्राम मैटर के तो 9 गुणा 10 की पावर 16 जूल एनर्जी निकलूगी, जो कि बहुत बहुत ज़्यादा है। किहदे बराबर है जी ये? एनुअल इलैक्ट्रिकल आउटपुट ऑफ ए लार्ज 3000 मैगावाट पावर जनरेटिंग स्टेशन। सोचो कि एक 3000 मैगावाट का, जो कि एक बहुत बड़ा है, एडा बड़ा होंदा नहीं कोई बिजली घर जितों बिजली बनती होवे। 3000 मैगावाट का जिहड़ा बिजली घर है, पावर स्टेशन है, वो 1 साल जिन्नी एनर्जी दऊ, लगातार चली जाए, 1 साल जिहड़ी एनर्जी वो तो पैदा होगी, तो वह सिर्फ 1 किलोग्राम मास नूं जेकर आपां एनर्जी च कन्वर्ट कर लीए लाइट की स्पीड ते, उहदे बराबर होगी। समझो, एक 3000 मैगावाट का जेकर पावर स्टेशन 1 साल बिना रुके लगातार चले तो वह इन्नी एनर्जी दूगा। समझ लगी मेरी गल? तो यह एनर्जी की इक्वेशन बहुत ज़्यादा इंपॉर्टेंट है। फिर आ गया ट्रांसफॉर्मेशन ऑफ एनर्जी। एनर्जी नूं एक रूप तो दूजे रूप च बदलना। तुहानूं पहले ही दस चुकिया मैं कि एनर्जी जिहड़ी वो ट्रांसफरेबल है। इलैक्ट्रिकल बल्ब की करता है? लाइट इलैक्ट्रिकल एनर्जी नूं लाइट ते हीट च कन्वर्ट करता है। आयरन की करती है? हीटर या गीज़र की करते हैं? इलैक्ट्रिकल एनर्जी नूं हीट च कन्वर्ट करते हैं। फैन की करता है? इलैक्ट्रिकल वो मोटर होंदी है जो इलैक्ट्रिकल एनर्जी नूं मैकेनिकल एनर्जी कन्वर्ट करती है। हाइड्रो इलैक्ट्रिक पावर स्टेशन जो आप कहने डैम, वो की करता है? वो पानी की पोटैंशियल एनर्जी नूं पहला मैकेनिकल तो इलैक्ट्रिकल कन्वर्ट करता है। हीट इंजन जिहड़े गड्डियां कारां मोटरसाइकिल के इंजन ने, वो की करते हैं? कोला या तेल है वो एनर्जी नूं काह च कन्वर्ट करते हैं? मैकेनिकल एनर्जी कन्वर्ट करते हैं। न्यूक्लीयर रिएक्टर वो की हुंदा है? न्यूक्लीयर एनर्जी इलैक्ट्रिकल एनर्जी कन्वर्ट होंदी है। सूरज च तारिਆਂ ਵਿੱਚ की हुंदा है? जिहड़ी न्यूक्लीयर एनर्जी है, जिहड़ी मास है जिहड़ा वो एनर्जी दे विच कन्वर्ट हुंदा है। ठीक है, ये कुछ एग्जाम्पल ने जो कि एनर्जी के कंजरवेशन को दिखा रही ने। फिर आ गया प्रिंसीपल ऑफ कंजरवेशन एनर्जी। हुणे आपां पहले गल कर चुके हैं कि इफ वी काउंट फॉर आल फॉर्म ऑफ एनर्जी, जिन्नी भी एनर्जी दी फॉर्म ने सब नूं काउंट कर लीए तो टोटल सिस्टम ऑफ आइसोलेटेड सिस्टम डज नॉट चेंज। कि टोटल जिहड़ी एनर्जी हुंदी है किसी भी आइसोलेटेड सिस्टम की, आइसोलेटेड मतलब कल्ला सिस्टम, जिवें पूरा यूनीवर्स, ठीक है, वो टोटल एनर्जी वो की है सारी यूनीवर्स की कॉन्सटेंट है, ना वो बढ़ती है ना घटती है। पर ये हुण जिहड़ी तुहानूं दस्सिया भी डेफिनेशन सही नहीं हैगी, आह डेफिनेशन ज़्यादा सही है, मास एनर्जी कंजरवेशन। कि टोटल यूनीवर्स का मास ते एनर्जी की रहिंदे ने? कंजर्व रहिंदे ने। मतलब सही तो यह भी है, कल्ली भी सही है, पर एक्चुअल दे विच ज़्यादा सही यही है, ये क्वांटम मैकेनिक्स के अकॉर्डिंग। हाँ जी, एनर्जी में भी ट्रांसफॉर्म फ्रॉम वन फॉर्म टू अनदर फॉर्म। एनर्जी नूं असीं एक फॉर्म तो दूजी फॉर्म च बदल सकते हैं। ठीक है, तो टोटल एनर्जी जिहड़ी हैगी सिस्टम की रहूगी? कॉन्सटेंट रहूगी। एज यूनीवर्स जिहड़ा हैगा एक आइसोलेटेड सिस्टम है, तो ये सारी तरह की जिन्हें एनर्जी यूनीवर्स हैगी ने वो हर समय की रहिंदे ने, उन्होंने सारे का जोड़ कॉन्सटेंट रहिंदा है। एनर्जी ना असीं पैदा कर सकते ना डिस्ट्रॉय कर सकते। एक पार्ट जेकर यूनीवर्स का एनर्जी खोंदा है तो दूजे पार्ट के एनर्जी जिहड़ी गेन होंदी है। मतलब जिन्नी उसने लूज़ की एक पार्ट के उन्नी किसी होर पार्ट के उन्हें की कर ली? गेन कर ली। पर टोटल की रहा? सेम रहा। प्रिंसीपल ऑफ कंजरवेशन ऑफ एनर्जी कैन नॉट बी प्रूवड एज सच। इसनूं असीं प्रूव नहीं कर सकते। हाउएवर नो वायलेशन ऑफ दिस प्रिंसीपल हैव एवर बीन ऑबजर्वड। हाँ, ये ला प्रूव नहीं किया जा सकता, पर अज तक जिन्ने भी रिएक्शन देखे गए हैं, जिन्ने भी सिस्टम देखे गए हैं, जिन्नी भी साइंस ने तरक्की की है, जिन्ने भी साइंस ने ऑबजरवेशन की ने, किसी भी ऑबजरवेशन के कदे नोट नहीं किया कि उस दे विच कोई रिएक्शन हो रही है, कोई चेंज हो रही है, वो लॉ ऑफ कंजरवेशन ऑफ एनर्जी फॉलो ना हो रहा हो। हर तरह की कैमिकल रिएक्शन हर तरह की न्यूक्लीयर रिएक्शन लॉ ऑफ कंजरवेशन ऑफ एनर्जी की होंदा है, वो फॉलो होंदा है, वो लागू होंदा है, और भी किया जाता है। Concept of transformation energy into various form and ultimate conservation is of vital importance in all branches of science including engineering science industry। तो जिहड़ा मेन अज साड़ी साइंस सारी दुनिया तुसीं काम करती देख रहे हो, इन्नियां मशीनां काम करती देख रहे हो, वो सारियां ही मशीनां जो भी कंसैप्ट अज प्रिंसीपल काम कर रहे हैं वो सारे ही प्रिंसीपल इस दे उपर बेस्ड ने। तुहानूं दस्सिया पक्खा, बल्ब, डैम, कारां, मोटरसाइकिल, स्कूटर, हवाई जहाज सारे ही इस चीज़ के उपर बेस्ड ने कि एनर्जी नूं एक फॉर्म से दूजी फॉर्म च कन्वर्ट किया जा सकता है। ठीक है जी, तो अगला जो टॉपिक है ये बहुत ही इंपॉर्टेंट है, इस करके इनू ध्यान नाल समझना। ये तुसीं जिहड़ा लिखण वाला काम है कापियां दे उपर ये चो देख लेना। ये लिखना की है मेन एक डेफिनेशन है की ने, इन्हां दे टाइप्स किहड़ियां ने, ते उहदे प्रॉपर्टीज़ की ने मेन, ते एग्जाम्पल की ने। ठीक है जी, तो साडे कोल टॉपिक है कोलिजन। कोलिजन का मतलब की हुंदा पंजाबी च आपां पंजाबी कर ली तो हुंदा टक्कर। ठीक है, कोलिजन मीनस टक्कर। ठीक है, कॉमन लैंगुएज
collision is said to be occur when object crash into each other. For example, collision between automobiles, ਗੱਡੀਆਂ ਦੀ ਟੱਕਰ ਹੋ ਗਈ, ਜਾਂ ਹੈਮਰ ਸਟਰਾਈਕ ਕਰਦਾ ਨੇਲ ਦੇ ਉੱਪਰ, ਆਪਾਂ ਕਿੱਲ ਠੋਕਦੇ ਹਾਂ, ਜਾਂ ਬਿਲੀਅਰਡ ਬਾਲ ਦੇਖੋ ਡੰਡੇ ਨਾਲ ਖੇਡਦੇ ਨੇ, ਜਾਂ ਕੈਰਮ ਬੋਰਡ ਦੀਆਂ ਬਾਲਸ ਜਿਹੜੇ ਕੁਆਇਨਸ ਹੁੰਦੀਆਂ ਟਿੱਕਰੀਆਂ ਹੁੰਦੀਆਂ ਨੇ ਉਹਦੀ ਆਪਾਂ ਦੇਖਿਆ। ਤਾਂ ਇਹ ਕੋਲੀਜ਼ਨ ਨੇ, ਟੱਕਰਾਂ ਨੇ। ਤਾਂ ਕੋਲੀਜ਼ਨ ਨੇ ਜਿਹੜੇ ਮਾਈਕਰੋਸਕੋਪਿਕ ਲੈਵਲ 'ਤੇ, ਮਾਈਕਰੋਸਕੋਪਿਕ ਮਤਲਬ ਕਿ ਐਟਮਾਂ ਦੇ ਕੋਲੀਜ਼ਨ, ਗੈਸਾਂ ਦੇ ਮੋਲੀਕਿਊਲ ਦੇ ਕੋਲੀਜ਼ਨ, ਤੁਸੀਂ ਕੈਮਿਸਟਰੀ 'ਚ ਪੜ੍ਹਿਆ, ਤੋਂ ਲੈ ਕੇ ਵੱਡੇ ਕੋਲੀਜ਼ਨ ਜਿਵੇਂ ਗਲੈਕਸੀਆਂ ਦੇ ਕੋਲੀਜ਼ਨ, ਤਾਰਿਆਂ ਦੇ ਕੋਲੀਜ਼ਨ, ਗ੍ਰਹਿਾਂ ਦੇ ਕੋਲੀਜ਼ਨ ਹੁੰਦੇ ਰਹਿੰਦੇ ਨੇ। ਤਾਂ ਕੋਲੀਜ਼ਨ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਇਹਨਾਂ ਦੀ ਕੀ ਸਿਗਨੀਫਿਕੈਂਸ ਹੈ? ਤਾਂ ਕੋਲੀਜ਼ਨ ਕੀ ਹੈ? ਕੋਲੀਜ਼ਨ ਇਜ਼ ਐਨ ਆਈਸੋਲੇਟਡ ਇਵੈਂਟ, ਇੱਕ ਇਕੱਲਾ ਇਵੈਂਟ ਹੈ ਜਿਹਦੇ ਵਿੱਚ ਕਿਸੇ ਹੋਰ ਦਾ ਕੋਈ ਰੋਲ ਨਹੀਂ ਹੈਗਾ। in which two or more colliding body exert relatively strong forces on each other for relative short time। ਕਿ ਕੋਲੀਜ਼ਨ ਇੱਕ ਇਹੋ ਜਿਹਾ ਇਵੈਂਟ ਹੈ ਜਿਸ 'ਚ ਦੋ ਜਾਂ ਦੋ ਤੋਂ ਵੱਧ ਬੋਡੀਜ਼ ਕੀ ਕਰਦੀਆਂ ਨੇ, ਇੱਕ ਦੂਜੇ ਉੱਪਰ ਰੈਲੇਟਿਵਲੀ ਲਾਰਜ ਫੋਰਸ ਲਾਉਂਦੀਆਂ ਨੇ, ਇੱਕ ਦੂਜੇ ਉੱਪਰ ਬਹੁਤ ਜ਼ਿਆਦਾ ਫੋਰਸ ਲਾਉਂਦੀਆਂ ਨੇ ਫॉर ਵੈਰੀ ਸ਼ਾਰਟ ਟਾਈਮ, ਥੋੜ੍ਹੇ ਜਿਹੇ ਸਮੇਂ ਵਾਸਤੇ। ਠੀਕ ਹੈ, ਕੋਲੀਜ਼ਨ ਜਦੋਂ ਹੁੰਦਾ ਬਹੁਤ ਥੋੜ੍ਹੇ ਸਮੇਂ ਵਾਸਤੇ ਹੁੰਦਾ, ਪਰ ਜਿਹੜੀ ਫੋਰਸ ਲੱਗਦੀ ਹੈ ਬਹੁਤ ਜ਼ਿਆਦਾ ਸਮੇਂ ਵਾਸਤੇ ਹੁੰਦੀ ਹੈ। ਦ ਐਕਚੁਅਲ ਫਿਜ਼ੀਕਲ ਕੰਟੈਕਟ ਬਿਟਵੀਨ ਟੂ ਬੋਡੀਜ਼ ਨੈਸੈਸਰੀ ਫॉर ਕੋਲੀਜ਼ਨ। ਇਹ ਗੱਲ ਸਮਝੋ, ਆਪਾਂ ਆਮ ਤੌਰ 'ਤੇ ਜੋ ਕੋਲੀਜ਼ਨ ਦੀ ਗੱਲ ਕਰਦੇ ਹਾਂ, ਟੱਕਰ ਦੀ ਗੱਲ ਕਰਦੇ ਹਾਂ, ਤਾਂ ਆਪਾਂ ਕਹਿੰਦੇ ਹਾਂ ਕਿ ਦੋ ਬੋਡੀ ਨੇ ਆਪਸ 'ਚ ਫਿਜ਼ੀਕਲੀ ਕੰਟੈਕਟ ਕਰ ਲਿਆ, ਮਤਲਬ ਇੱਕ ਦੂਜੇ ਨੂੰ ਟੱਚ ਕੀਤਾ। ਪਰ ਇਹ ਕੋਈ ਜ਼ਰੂਰੀ ਨਹੀਂ ਹੈਗਾ, ਠੀਕ ਹੈ ਨਾ, ਇਹ ਕੋਈ ਜ਼ਰੂਰੀ ਨਹੀਂ ਹੈਗਾ। ਕਿਵੇਂ? ਤੁਸੀਂ ਕੈਮਿਸਟਰੀ 'ਚ ਰਦਰਫੋਰਡ ਐਕਸਪੈਰੀਮੈਂਟ ਪੜ੍ਹਿਆ ਹੋਊਗਾ, ਰਦਰਫੋਰਡ ਦਾ ਅਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ। ਤਾਂ ਉਹ 'ਚ ਤੁਸੀਂ ਕੀ ਪੜ੍ਹਿਆ ਕਿ ਜਦੋਂ ਅਸੀਂ, ਜਾਂ ਤੁਸੀਂ ਆਪਾਂ ਕਹਿੰਦੇ ਹਾਂ ਤੁਸੀਂ ਚੁੰਬਕ ਦੇਖੇ ਨੇ, ਕਿ ਚੁੰਬਕ ਦੇ ਜਦੋਂ ਆਪਾਂ ਦੋ ਚੁੰਬਕ ਲੈ ਲਈਏ, ਠੀਕ ਹੈ, ਦੋਨੇ ਚੁੰਬਕ ਨੂੰ ਆਪਾਂ ਸੇਮ ਪੋਲ ਇੱਕ ਦੂਜੇ ਵੱਲ ਵਗਾ ਕੇ ਮਾਰੀਏ ਤਾਂ ਚੁੰਬਕ ਇੱਕ ਦੂਜੇ ਨੂੰ ਚਿਪਦੇ ਨਹੀਂ, ਬਿਨਾਂ ਇੱਕ ਦੂਜੇ ਦੇ ਕੰਟੈਕਟ 'ਚ ਆਏ ਇੱਕ ਦੂਜੇ ਦਾ ਕੀ ਕਰ ਦੇਣਗੇ, ਰਸਤਾ ਬਦਲ ਦੇਣਗੇ, ਇੱਕ ਦੂਜੇ ਦੀ ਡਾਇਰੈਕਸ਼ਨ ਬਦਲਣਗੇ। ਜਿਵੇਂ ਇੱਕ ਦੂਜੇ ਵੱਲ ਵਗਾ ਕੇ ਮਾਰੂੰਗਾ, ਇੱਧਰ ਨੂੰ ਚਲੇ ਜਾਓ, ਇੱਧਰ ਨੂੰ ਚਲਾ ਜਾਓ। ਠੀਕ ਹੈ, ਇਸ ਤਰ੍ਹਾਂ ਤੁਸੀਂ ਅਲਫਾ ਪਾਰਟੀਕਲ ਐਕਸਪੈਰੀਮੈਂਟ ਪੜ੍ਹਿਆ ਰਦਰਫੋਰਡ ਦਾ। ਉਹਦੇ ਵਿੱਚ ਜਦੋਂ ਨਿਊਕਲੀਅਸ ਤੋਂ ਐਟਮਸ ਜਾਂਦੇ ਨੇ ਤਾਂ ਉਹਨਾਂ ਦੇ ਰਸਤੇ ਬਦਲ ਜਾਂਦੇ ਨੇ, ਸਿੱਧੇ ਆ ਰਹੇ ਨੇ, ਚੇਂਜ ਹੋ ਜਾਂਦੇ ਨੇ ਰਸਤੇ। ਕਿਸੇ ਦਾ ਥੋੜ੍ਹਾ ਰਸਤਾ ਚੇਂਜ ਹੁੰਦਾ, ਕਿਸੇ ਦਾ ਜ਼ਿਆਦਾ ਹੁੰਦਾ, ਕੁਛ ਜਾਂਦੇ ਜਾਂਦੇ ਵਾਪਸ ਆ ਜਾਂਦੇ ਨੇ ਟਕਰਾ ਕੇ। ਤਾਂ ਇਹ ਕਿਉਂ ਹੋਇਆ? ਉਹਦੇ ਵਿੱਚ ਕੀ ਹੈ, ਰਿਪਲਸਿਵ ਫੋਰਸਿਸ ਹੈ। ਨਿਊਕਲੀਅਸ ਜਿਹੜਾ ਹੈਗਾ ਉਹ ਕੀ ਕਰਦਾ, ਰਿਪੈਲ ਕਰਦਾ, ਕਿਉਂਕਿ ਨਿਊਕਲੀਅਸ 'ਤੇ ਪੋਜ਼ੀਟਿਵ ਚਾਰਜ ਹੁੰਦਾ, ਅਤੇ ਅਲਫਾ ਪਾਰਟੀਕਲ ਨੇ ਉਹਦੇ ਉੱਪਰ ਵੀ ਪੋਜ਼ੀਟਿਵ ਚਾਰਜ ਹੁੰਦਾ। ਤਾਂ ਪੋਜ਼ੀਟਿਵ ਚਾਰਜ ਇੱਕ ਦੂਜੇ ਨੂੰ ਰਿਪੈਲ ਕਰਦੇ ਨੇ। ਤਾਂ ਬਿਨਾਂ ਟਕਰਾਏ ਉਹ ਆਪਸ ਦੇ ਵਿੱਚ, ਕਿਉਂਕਿ ਪੋਜ਼ੀਟਿਵ ਚਾਰਜ ਜਿਹੜੇ ਟਕਰਾਉਣਗੇ ਨਹੀਂ, ਪਰ ਬਿਨਾਂ ਟਕਰਾਏ ਹੀ ਕੀ ਹੋ ਜਾਂਦਾ, ਪਾਥ ਚੇਂਜ ਹੋ ਜਾਂਦਾ। ਠੀਕ ਹੈ, ਇਨਫੈਕਟ ਕਹਿੰਦਾ The major object of the study of collision is to find out much as possible about the force that act during the collision for the knowledge of the state of particle before and after the collision। ਕਹਿੰਦਾ ਸਾਡਾ ਜਿਹੜਾ ਮੇਨ ਕੰਸਰਨ ਹੈ ਇਹਨੂੰ ਪੜ੍ਹਨ ਦਾ, ਉਹ ਇਹ ਹੈ ਕਿ ਕਿਹੜੀ ਫੋਰਸਿਸ ਲੱਗਦੀਆਂ ਨੇ ਕੋਲੀਜ਼ਨ ਦੌਰਾਨ, ਤਾਂ ਜੋ ਪਤਾ ਲੱਗੇ ਵੀ ਕੀ ਇੰਪੈਕਟ ਹੁੰਦਾ। ਪਹਿਲਾਂ ਸਟੇਟ ਪਾਰਟੀਕਲ ਦੀ ਕਿਹੋ ਜਿਹੀ ਹੁੰਦੀ ਹੈ ਕੋਲੀਜ਼ਨ ਤੋਂ ਪਹਿਲਾਂ, ਬਾਅਦ ਦੇ ਵਿੱਚ ਕੀ ਹੋ ਜਾਂਦਾ ਹੈ। ਇਨਫੈਕਟ ਆਲ ਆਵਰ ਅੰਡਰਸਟੈਂਡਿੰਗ ਆਫ ਸਬ ਅਟੋਮਿਕ ਵਰਲਡ, ਜਿਹੜਾ ਸਬ ਅਟੋਮਿਕ ਵਰਲਡ ਹੈ ਜਿਸ 'ਚ ਇਲੈਕਟ੍ਰੋਨ, ਪ੍ਰੋਟੋਨ, ਨਿਊਟਰਨ, ਮਿਊਨੋਨਸ, ਕੁਆਰਕਸ ਇਹ ਆਉਂਦੇ ਨੇ, ਇਹ ਸਾਰੇ ਹੀ ਕੋਲੀਜ਼ਨ ਐਕਸਪੈਰੀਮੈਂਟ ਤੋਂ ਸਾਨੂੰ ਇਹਨਾਂ ਬਾਰੇ ਜਾਣਕਾਰੀ ਮਿਲਦੀ ਹੈ। ਤਾਂ ਸਾਡੇ ਕੋਲ 2 ਕੀ ਰੂਲਸ ਨੇ ਕੋਲੀਜ਼ਨ ਗੇਮ ਦੇ, ਕਿਹੜੇ? ਲਾ ਆਫ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਅਤੇ ਲਾ ਆਫ ਕੰਜ਼ਰਵੇਸ਼ਨ ਆਫ ਐਨਰਜੀ। ਅਸੀਂ ਜਦੋਂ ਵੀ ਕੋਈ ਕੋਲੀਜ਼ਨ ਹੁੰਦਾ ਹੈ ਉਹਨੂੰ ਇਹਨਾਂ ਦੋਹਾਂ ਪਹਿਲੂਆਂ 'ਤੇ ਦੇਖਦੇ ਹਾਂ ਕਿ ਉਹ 'ਚ ਐਨਰਜੀ ਕੰਜ਼ਰਵ ਹੈਗੀ ਹੈ ਕਿ ਨਹੀਂ ਹੈਗੀ, ਮੋਮੈਂਟਮ ਕੰਜ਼ਰਵ ਹੈਗਾ ਕਿ ਨਹੀਂ ਹੈਗਾ। ਇਹਦੇ ਆਧਾਰ 'ਤੇ ਸਾਡੇ ਕੋਲ 3 ਤਰ੍ਹਾਂ ਦੇ ਕੋਲੀਜ਼ਨ ਨੇ, ਸਮਝੋ। ਇਹਨਾਂ ਦੋਹਾਂ ਰੂਲਸ ਦੇ ਆਧਾਰ 'ਤੇ ਸਾਡੇ ਕੋਲ 3 ਤਰ੍ਹਾਂ ਦੇ ਕੋਲੀਜ਼ਨ ਨੇ। ਇਹਨੇ 2 ਦਿੱਤੇ ਹੋਏ ਨੇ, ਐਕਚੁਅਲ 'ਚ ਸਾਡੇ ਕੋਲ 3 ਤਰ੍ਹਾਂ ਦੇ ਕੋਲੀਜ਼ਨ ਨੇ। ਇੱਕ ਦੀ ਕੋਲੀਜ਼ਨ ਵਿੱਚ ਹੀ ਦੇ ਰੱਖਿਆ। ਪਹਿਲਾ ਹੈਗਾ ਇਲਾਸਟਿਕ ਕੋਲੀਜ਼ਨ, ਦੂਜਾ ਹੈਗਾ ਇਨ ਇਲਾਸਟਿਕ ਕੋਲੀਜ਼ਨ। ਤਾਂ ਪਹਿਲਾਂ ਆਪਾਂ ਇਲਾਸਟਿਕ ਦੀ ਗੱਲ ਕਰਦੇ ਹਾਂ। ਹਾਂਜੀ, ਇਲਾਸਟਿਕ ਕੋਲੀਜ਼ਨ ਕੀ ਹੈ? ਆ ਕੋਲੀਜ਼ਨ ਇਨ ਵਿਚ ਦੇਰ ਇਜ਼ ਐਬਸੋਲੂਟਲੀ ਨੋ ਲੋਸ ਆਫ ਕਨੈਟਿਕ ਐਨਰਜੀ ਇਜ਼ ਕਾਲਡ ਇਲਾਸਟਿਕ ਕੋਲੀਜ਼ਨ। ਤਾਂ ਉਹ ਕੋਲੀਜ਼ਨ ਜਿਹਦੇ ਵਿੱਚ ਕਨੈਟਿਕ ਐਨਰਜੀ ਲੋਸ ਨਹੀਂ ਹੁੰਦੀ। ਸਮਝੋ ਦੁਬਾਰਾ, ਉਹ ਕੋਲੀਜ਼ਨ ਜਿਹਦੇ ਵਿੱਚ ਕਨੈਟਿਕ ਐਨਰਜੀ ਬੋਡੀ ਦੀ ਲੋਸ ਨਹੀਂ ਹੁੰਦੀ, ਮਤਲਬ ਕਨੈਟਿਕ ਐਨਰਜੀ ਟਰਾਂਸਫਰ ਹੋ ਜਾਂਦੀ ਇੱਕ ਦੂਜੇ 'ਚ, ਪਰ ਲੋਸ ਨਹੀਂ ਹੁੰਦੀ। ਮਤਲਬ ਨਾ ਤਾਂ ਹੀਟ 'ਚ ਬਦਲਦੀ, ਨਾ ਸਾਊਂਡ 'ਚ ਬਦਲਦੀ, ਕਿਸੇ ਹੋਰ ਰੂਪ 'ਚ ਨਹੀਂ ਬਦਲਦੀ। ਕਨੈਟਿਕ ਐਨਰਜੀ ਕਨੈਟਿਕ 'ਚ ਹੀ ਰਹਿੰਦੀ ਹੈ। ਇਹ ਹੋ ਸਕਦਾ ਕਿ ਇੱਕ ਦੀ ਕਨੈਟਿਕ ਐਨਰਜੀ ਦੂਜੀ ਬੋਡੀ ਕੋਲ ਚਲੀ ਜਾਵੇ ਜਾਂ ਦੂਜੀ ਦੀ ਪਹਿਲੀ ਕੋਲ ਆ ਜਾਏ, ਪਰ ਉਹ ਕਿਸੇ ਹੋਰ ਫਾਰਮ 'ਚ ਨਹੀਂ ਬਦਲਦੀ। ਫੋਰ ਐਗਜ਼ਾਮਪਲ, ਕੋਲੀਜ਼ਨ ਬਿਟਵੀਨ ਐਟੋਮਿਕ ਐਂਡ ਸਬ ਐਟੋਮਿਕ ਪਾਰਟੀਕਲਸ ਆਰ ਇਲਾਸਟਿਕ ਕੋਲੀਜ਼ਨ। ਮਤਲਬ ਜਿਹੜੇ ਇਲੈਕਟ੍ਰੋਨਸ ਦੇ ਕੋਲੀਜ਼ਨ ਨੇ, ਪ੍ਰੋਟੋਨਸ ਦੇ ਕੋਲੀਜ਼ਨ ਨੇ, ਜਾਂ ਇਹ ਜਿਹੜੇ ਸਬ ਐਟੋਮਿਕ ਪਾਰਟੀਕਲ ਨੇ, ਐਟਮ ਦੇ ਪਾਰਟ ਨੇ ਜਿਹੜੇ, ਇਹਨਾਂ ਦੇ ਜਿਹੜੇ ਕੋਲੀਜ਼ਨ ਨੇ ਉਹ ਇਲਾਸਟਿਕ ਹੁੰਦੇ ਨੇ। ਠੀਕ ਹੈ, ਜਦੋਂ ਇਲੈਕਟ੍ਰੋਨ ਟਕਰਾਉਂਦੇ ਨੇ ਜਾਂ ਹੋਰ, ਨਾ ਕੋਈ ਹੀਟ ਪੈਦਾ ਹੁੰਦੀ ਹੈ, ਨਾ ਹੀ ਕੋਈ ਸਾਊਂਡ ਪੈਦਾ ਹੁੰਦਾ, ਨਾ ਹੀ ਕੋਈ ਲਾਈਟ ਪੈਦਾ ਹੁੰਦੀ ਹੈ। ਉਹ ਇੱਕ ਦੀ ਕਨੈਟਿਕ ਐਨਰਜੀ ਦੂਜੇ 'ਚ ਨੂੰ ਟਰਾਂਸਫਰ ਹੋ ਜਾਂਦੀ ਹੈ, ਪਰ ਰਹਿੰਦੀ ਕਨੈਟਿਕ ਹੀ ਹੈ।
बेसिक करैक्टर की ने की खास लक्षण ने, लीनियर मोमेंटम कंजर्व रहिंदा है, टोटल एनर्जी कंजर्व रहिंदी है, कनैटिक एनर्जी कंजर्व रहिंदी है। ये तीन बेसिक लक्षण ने इलास्टिक कोलिजन के। मोमेंटम भी सेम रहिंदा है, कोलिजन तो पहलां ते बाद दे विच जिन्ना सीगा, एनर्जी कोलिजन तो पहलां जिन्नी सी उन्नी बाद च है, कनैटिक एनर्जी कोलिजन तो पहलां जिन्नी सी उन्नी बाद च है। ऑब्वियसली कनैटिक एनर्जी इज द सच कोलिजन इज नॉट कन्वर्टेड इनटू एनी अदर फॉर्म। जिवें पहले से भी कनैटिक एनर्जी कंजर्व रहने का मतलब है कि दूजी किसी होर फॉर्म च नहीं बदली, हीट या साउंड दे विच। फोर्सिस इनवॉल्व ड्यूरिंग द इलास्टिक कोलिजन मस्ट भी कंजरवेटिव इन नेचर। ठीक है, तो जिहड़ियां फोर्सिस इलास्टिक कोलिजन च इनवॉल्व होंदियां ने कंजरवेटिव होंदियां ने। दूजा साडे कोल हैगा इन इलास्टिक कोलिजन, अ कोलिजन इन विच देयर इज सम लॉस ऑफ कनैटिक एनर्जी। तो ये कोलिजन है जिस विच कनैटिक एनर्जी लॉस हो जाती है। लॉस होना मतलब कि कनैटिक एनर्जी का कुछ हिस्सा हीट दे विच, साउंड दे विच, लाइट दे विच कन्वर्ट हो गया। ਜਿਹੜੇ ਜ਼ਿਆਦਾਤਰ ਅਸੀਂ ਕੋਲੀजन ਦੇਖਦੇ ਹਾਂ ਡੇਲੀ ਲਾਈਫ 'ਚ, ਅਸੀਂ ਆਪਣੀ ਡੇਲੀ ਲਾਈਫ 'ਚ ਦੇਖਦੇ ਹਾਂ। ਜਿਵੇਂ ਉੱਪਰ ਅਸੀਂ ਗੱਲ ਕੀਤੀ ਸਬ ਅਟੋਮਿਕ ਪਾਰਟੀਕਲ ਦਾ ਕੋਲੀजन, ਇਲੈਕਟ੍ਰੋਨਾਂ ਦਾ, ਪ੍ਰੋਟੋਨ ਦਾ, ਇਲੈਕਟ੍ਰੋਨ ਪ੍ਰੋਟੋਨ ਦਾ, ਨਿਊਟਰਨ ਪ੍ਰੋਟੋਨ ਦਾ, ਉਹ ਅਸੀਂ ਡੇਲੀ ਲਾਈਫ 'ਚ ਆਮ ਨਹੀਂ ਦੇਖਦੇ। ਪਰ ਜਿਹੜੇ ਡੇਲੀ ਲਾਈਫ 'ਚ ਕੋਲੀजन ਹੈ ਸਾਡੇ, ਜਿਵੇਂ ਕਾਰਾਂ ਦੀ ਟੱਕਰ ਹੋ ਗਈ, ਕੈਰਮ ਬੋਰਡ ਦੀਆਂ ਡੀਟੀਆਂ ਦੀ ਟੱਕਰ ਹੋ ਗਈ, ਬਿਲੀਅਰਡ ਬਾਲ ਦੀ ਟੱਕਰ ਹੋ ਗਈ, ਠੀਕ ਹੈ ਜੀ, ਇਹ ਸਾਰੀਆਂ ਜਿਹੜੇ ਕੋਲੀजन ਨੇ ਦੀਜ਼ ਆਰ ਇਨ ਇਲਾਸਟਿਕ ਇਨ ਨੇਚਰ। ਤੁਸੀਂ ਦੇਖਿਆ ਜਦੋਂ ਕਾਰਾਂ ਟਕਰਾਉਂਦੀਆਂ ਨੇ ਤਾਂ ਆਵਾਜ਼ ਪੈਦਾ ਹੁੰਦੀ ਹੈ, ਬਹੁਤ ਵੱਡਾ ਧਮਾਕਾ ਹੁੰਦਾ। ਡੀਟੀ ਟਕਰਾਉਂਦੀਆਂ ਤਾਂ ਆਵਾਜ਼ ਪੈਦਾ ਹੁੰਦੀ ਹੈ, ਬਿਲੀਅਰਡ ਬਾਲ ਟਕਰਾਉਂਦੀਆਂ ਤਾਂ ਆਵਾਜ਼ ਪੈਦਾ ਹੁੰਦੀ ਹੈ, ਥੋੜ੍ਹੀ ਜਿਹੀ ਗਰਮੀ ਵੀ ਪੈਦਾ ਹੁੰਦੀ ਹੈ। ਦੈਟ ਮੀਨਸ ਅ ਪਾਰਟ ਆਫ ਦੇਅਰ ਕਨੈਟਿਕ ਐਨਰਜੀ ਇਜ਼ ਕਨਵਰਟਡ ਇਨਟੂ ਹੀਟ ਐਂਡ ਸਾਊਂਡ ਐਨਰਜੀ। ਠੀਕ ਹੈ, ਇਫ ਟੂ ਬੋਡੀਜ਼, ਹੁਣ ਆ ਇੱਥੋਂ ਤੀਜੀ ਜਿਹੜੀ ਜਿਹੜਾ ਟਾਈਪ ਆਫ ਕੋਲੀजन ਹੈ, ਇਫ ਟੂ ਬੋਡੀਜ਼ ਸਟਿਕ ਈਚ ਅਦਰ ਆਫਟਰ ਕੋਲਾਈਡਿੰਗ ਕੋਲੀजन ਇਜ਼ ਸੈਡ ਟੂ ਬੀ ਪਰਫੈਕਟਲੀ ਇਨ ਇਲਾਸਟਿਕ। ਤਾਂ ਇੱਥੇ ਤੁਸੀਂ ਇਹਦੀ ਤੀਜੀ ਟਾਈਪ ਬਣਾਉਣੀ ਹੈ, परफेक्टली इन इलास्टिक। ये उसकी डेफिनेशन है जी, ध्यान नाल समझ लो। इफ टू बॉडी स्टिक ईच अदर आफ्टर कोलाइडिंग द कोलिजन इज सेड टू बी इन परफेक्टली इन इलास्टिक एंड देयर इज सम लॉस ऑफ कनैटिक एनर्जी। ये मतलब ਇਹਦਾ ही पार्ट है, इलास्टिक का ही पार्ट है, इस करके इनू अलग तो नहीं लिखा ने। इलास्टिक इन इलास्टिक का ही पार्ट है कि इन इलास्टिक वो है जिहदे विच कनैटिक एनर्जी लॉस होंदी है। ठीक है, तो जे तक बॉडीज़ टकराने तो बाद अलग अलग हो गई, फिर तुहानूं आपां बोलांगे इन इलास्टिक कोलिजन। पर जे वो टकराने तो बाद अलग अलग नहीं हुई, चिप गई, टकराने तो बाद अलग अलग नहीं हुई, चिप गई, तो उन्होंने बोलांगे परफेक्टली इन इलास्टिक कोलिजन। मतलब यदी ही एक सब टाइप है ये। तो इस करके बच्चे कई बार छड्ड दिंदे ने भी कि पर मैं पेपर 'च पा दिना, तो फिर बच्चे पता नहीं सर कित्थों पाया जी ये। फॉर एग्जाम्पल मड थ्रोन ने वाल, स्टिक ऑन द वाल। जे आप एक चिक्कड़ जिहड़ा हैगा ਉਹਦੀ चिकनी मिट्टी की बॉल बना के दीवार ते मारीए तो वह चिकनी मिट्टी की बॉल दीवार के नाल ही चिप जूगी। ठीक है, तक लॉस ऑफ कनैटिक एनर्जी ऑफ द मड इज़ कंप्लीट। मतलब कनैटिक एनर्जी जी मड की सी वो पूरी तरह लॉस हो गई। द कोलिजन इज कॉल्ड परफेक्टली इन इलास्टिक। हुण इस तरीके नाल एरो है, असी एरो चलाया तो वह जाके अपने टारगेट दे विच स्टक हो गया, टारगेट 'च जाके गड़ गया। हुण वो दोने की बन गए, वो एक सिस्टम बन गए। मान लो जो टारगेट है वो फिक्स नहीं है, वो टारगेट में आप धागे नाल बन के लमकाया होया। तो जो मैं एरो मारूँगा तो एरो धागे टारगेट 'च बजूगा, तो टारगेट भी एरो की डायरैक्शन 'च मूव करूगा, क्योंकि धागे नाल बन्निया होया वो एक फिक्स दीवार नाल नहीं लग्या होया, जां वो रिजिड सपोर्ट ते फिक्स नहीं हैगा। तो वो तीर लगन ते की करूगा, अगे मूव करूगा। ठीक है, तो हुण वो तीर लगन तो बाद दोने पहले तो दो अलग अलग चीज़ां सी, एक एरो सी एक टारगेट सी, पर हुण की हो गया वो दोने एक ही चीज़ बन गई, टारगेट एंड एरो एक कंबाइंड सिस्टम बन गया। तो वो कोलिजन की बन जूगा परफेक्टली इन इलास्टिक। ठीक है जी। लाइकवाइज इफ ए मीटरॉइड कोलाइड हैड विद ऑन द अर्थ, जिवें उल्का पिंड ने धरती उपर डिगदे ने, तो वो की किहड़ा कोलिजन बन गया परफेक्टली इन इलास्टिक, क्योंकि वो धरती उपर ही नाल चिप गए वो। ठीक है, तो ये बेसिक करैक्टर की ने, लीनियर मोमेंटम कंजर्व रहिंदा है, टोटल एनर्जी कंजर्व रहिंदी है, पर कनैटिक एनर्जी कंजर्व नहीं रहिंदी, क्योंकि कनैटिक एनर्जी का कुछ पार्ट हीट या साउंड से कन्वर्ट हो जाता है। तो उपरले किसी जिहड़ियां फोर्सिस इनवॉल्व ने कंजरवेटिव ने, यह की ने नॉन कंजरवेटिव ने। वैन वी ड्रॉप ए रबड़ बॉल इनटू ए हार्ड फ्लोर, रबड़ की बॉल नूं एग्जाम्पल दे रहा हूँ आपको, हार्ड फ्लोर के उपर डिगदी है, तो कोलिजन जिहड़ा बॉल ते फ्लोर के विचाले है वो इलास्टिक है। बॉल वुड लूज नो कनैटिक एनर्जी बिकॉज ऑफ द कोलिजन एंड वुड रिबाउंड टू इट्स ओरिजिनल हाइट। हाउएवर एक्चुअल रिबाउंड हाइट इज समवट शॉर्टर। देखने को तो लगता है कि वो न्यू है, पर एक्चुअल थोड़ी जी घट जाती है, क्योंकि आपको पता है जो रबड़ की बॉल टकराती है फर्श के नाल
ਤਾਂ ਆਵਾਜ਼ ਪੈਦਾ ਹੁੰਦੀ ਹੈ। ਦੈਟ ਇਜ਼ ਕਨੈਟਿਕ એનર્ਜੀ ਦਾ ਕੁਝ ਹਿੱਸਾ ਆਵਾਜ਼ ਦੇ ਵਿੱਚ ਸਾਊਂਡ 'ਚ ਕਨਵਰਟ ਹੋ ਗਿਆ। ਪਰ ਜੇ ਅਸੀਂ ਉਹਨੂੰ ਨੈਗਲੈਕਟ ਕਰ ਦਈਏ ਥੋੜ੍ਹੀ ਜਿਹੀ ਲੋਸ ਨੂੰ, ਤਾਂ ਉਹ ਕੋਲੀਜ਼ਨ ਕੀ ਹੋਊਗਾ, ਇਲਾਸਟਿਕ ਹੋਊਗਾ। ਤਾਂ ਇਲਾਸਟਿਕ ਕੋਲੀਜ਼ਨ ਨੇਚਰ 'ਚ ਨੋਰਮਲੀ ਦੇਖਣ ਨੂੰ ਨਹੀਂ ਮਿਲਦੇ ਹੈਗੇ। ਵੈਨ ਵੀ ਡਰੋਪ ਏ ਗੋਲਫ ਬੋਲ ਔਨ ਗਰਾਊਂਡ, ਗੋਲਫ ਦੀ ਬੋਲ ਛੱਡਦੇ ਹਾਂ, ਜਾਂ ਆਪਾਂ ਤੁਸੀਂ ਹਾਕੀ ਦੀ ਬੋਲ ਦੇਖੀ ਹੋਣੀ, ਜਾਂ ਕ੍ਰਿਕਟ ਦੀ ਬੋਲ ਛੱਡਦੇ ਹਾਂ, ਤਾਂ ਉਹ ਜਿੰਨੀ ਹਾਈਟ ਤੋਂ ਸਿੱਟੀ ਸੀ ਉਹਦੇ ਓਰੀਜਨਲ ਹਾਈਟ ਦੇ ਅੱਧ ਜਾਂ 60% ਤੱਕ ਹੀ ਆਉਂਦੀ ਹੈ। ਮਤਲਬ ਪੂਰੀ ਉੱਥੇ ਤੱਕ ਨਹੀਂ ਪਹੁੰਚਦੀ। ਜਿੰਨੀ ਹਾਈਟ ਤੋਂ ਸਿੱਟੀ ਸੀ ਅੱਧ ਵਿਚਾਲੇ ਹੀ ਰਹਿ ਜਾਂਦੀ ਹੈ। ਦੈਟ ਮੀਨਸ ਉਹਦੀ ਕਨੈਟਿਕ એનਰਜੀ ਦਾ ਇੱਕ ਕਾਫੀ ਵੱਡਾ ਹਿੱਸਾ ਉਹ ਕਾਹ 'ਚ ਕਨਵਰਟ ਹੋ ਗਿਆ, ਸਾਊਂਡ ਦੇ ਵਿੱਚ, ਅਤੇ ਹੀਟ 'ਚ ਕਨਵਰਟ ਹੋ ਗਿਆ। ਅਤੇ ਉਹ ਕੋਲੀਜ਼ਨ ਕੀ ਹੋ ਗਿਆ, ਇਨ ਇਲਾਸਟਿਕ ਕੋਲੀਜ਼ਨ ਹੋ ਗਿਆ। ਇੱਥੇ ਆਪਾਂ ਉਸ ਲੋਸ ਨੂੰ ਨੈਗਲੀਜੀਬਲ ਨਹੀਂ ਕਹਿ ਸਕਦੇ। ਪਹਿਲਾਂ ਵਾਲੇ ਕੇਸ 'ਚ ਕੀ ਸੀ ਕਿ ਬਹੁਤ ਥੋੜ੍ਹੀ ਜਿਹੀ ਸਾਊਂਡ ਪੈਦਾ ਹੋਈ, ਥੋੜ੍ਹੀ ਜਿਹੀ ਹਾਈਟ ਘਟੀ, ਉਹਨੂੰ ਆਪਾਂ ਨੈਗਲੀਜੀਬਲ ਕਰ ਸਕਦੇ ਸੀ। ਪਰ ਇਸ ਕੇਸ ਦੇ ਵਿੱਚ ਹਾਈਟ ਅੱਧੀ ਹੋ ਰਹਿ ਗਈ ਲਗਭਗ, ਤਾਂ ਤੁਸੀਂ ਇੱਥੇ ਇਹਨੂੰ ਨੈਗਲੈਕਟ ਨਹੀਂ ਕਰ ਸਕਦੇ। ਇਟ ਸ਼ੁੱਡ ਬੀ ਕਲੀਅਰਲੀ ਅੰਡਰਸਟੈਂਡ ਦ ਟੋਟਲ એનર્ਜੀ ਐਂਡ ਲੀਨੀਅਰ ਮੋਮੈਂਟਮ। ਦੇਖੋ ਟੋਟਲ એનર્ਜੀ ਅਤੇ ਮੋਮੈਂਟਮ ਦੋਨਾਂ ਹੀ ਤਰ੍ਹਾਂ ਦੇ ਕੋਲੀਜ਼ਨ 'ਚ ਕੀ ਹੈ, ਕੰਜ਼ਰਵ ਹੈ। ਫਰਕ ਕਿਸ ਚੀਜ਼ ਦਾ, ਸਿਰਫ ਕਨੈਟਿਕ એનર્ਜੀ ਦਾ। ਕਨੈਟਿਕ એનર્ਜੀ ਇਲਾਸਟਿਕ 'ਚ ਕੰਜ਼ਰਵ ਹੈ, ਇਨ ਇਲਾਸਟਿਕ ਅਤੇ ਪਰਫੈਕਟਲੀ ਇਨ ਇਲਾਸਟਿਕ 'ਚ ਕੀ ਹੈ, ਨੋਨ ਕੰਜ਼ਰਵ ਹੈ। ਹਾਂਜੀ, ਅੱਜ ਦਾ ਉਸ ਤੋਂ ਬਾਅਦ ਸਾਡਾ ਨੈਕਸਟ ਟੋਪਿਕ ਹੈ ਅਤੇ ਲਾਸਟ ਟੋਪਿਕ ਹੈ ਸਾਡੇ